ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਹੋਵੇਗੀ ਕਿਉਂਕਿ ਇੱਕ ਪਾਸੇ ਕਿਹਾ ਜਾ ਰਿਹਾ ਕਿ 1 ਸਾਲ ਦੇ ਵਿੱਚ ਬਹੁਤ ਸਾਰੇ ਕੰਮ ਕਰ ਦਿੱਤੇ। ਵਿਰੋਧੀਆਂ ਦੇ ਵਾਰ ਆਪਾਂ ਲਗਾਤਾਰ ਸੁਣ ਰਹੇ ਹਾਂ ਜਿਸ ਤਰ੍ਹਾਂ ਸਵਾਲ ਚੁੱਕਦੇ ਨੇ ਸੂਬਾ ਸਰਕਾਰ ਦੇ ਉੱਤੇ। ਜਲੰਧਰ ਇਲੈਕਸ਼ਨ ਬਿਲਕੁਲ ਨੇੜੇ ਹੈ ਕਿ ਇਹ ਸਾਰੀਆਂ ਗੱਲਾਂ ਉਸ ਦੇ ਉੱਤੇ ਇੰਪੈਕਟ ਕਰ ਸਕਦੀਆਂ ਨੇ ਕਿ ਵਾਕਈ 1 ਸਾਲ ਦਾ ਟੈਸਟ ਹੋਏਗਾ ਵਿਰੋਧੀਆਂ ਦੇ ਇਲਜ਼ਾਮਾਂ ਦਾ ਵੀ ਤੇ ਸਰਕਾਰ ਜੋ ਗਾਰੰਟੀਆਂ ਪੂਰੀਆਂ ਕਰਨ ਦਾ ਦਾਅਵਾ ਕਰਦੀ ਹੈ ਉਸ ਦਾ ਵੀ ਕਿ ਜਿਹੜੇ ਬਿਆਨਬਾਜ਼ੀਆਂ ਹੋਈਆਂ ਸਭ ਦਾ ਟੈਸਟ ਇੱਕ ਤਰੀਕੇ ਨਾਲ ਜਲੰਧਰ ਬਾਈ ਇਲੈਕਸ਼ਨ ਹੋਵੇਗਾ। ਉਸ ਦੇ ਵਿੱਚ ਜਿੱਤ ਹਾਰ ਹਰ ਪੋਲੀਟੀਕਲ ਪਾਰਟੀ ਆਪੋ ਆਪਣੇ ਤਰੀਕੇ ਨਾਲ ਦਾਅਵਾ ਤੇ ਵਾਅਦਾ ਕਰਦੀ ਹੈ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰੂਫ ਕਰਵਾਵਾਂਗੇ। ਅੱਜ ਜਿਹੜੇ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ ਚਰਚਾ ਦੇ ਵਿੱਚ ਸ਼ਾਮਲ ਹੋਣਗੇ। ਸਾਡੇ ਨਾਲ ਐਡਵੋਕੇਟ ਬਿਕਰਮਜੀਤ ਪਾਸੀ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਦੀਪ ਕਲੇਰ ਜੀ ਜੁੜ ਰਹੇ ਨੇ, ਐਡਵੋਕੇਟ ਅਰਸ਼ਦੀਪ ਕਲੇਰ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ, ਸਟੂਡੀਓ ਦੇ ਵਿੱਚ ਮੌਜੂਦ ਨੇ। ਕਲੇਰ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਜੈਬੰਸ਼ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਜੈਬੰਸ਼ ਜੀ ਬਹੁਤ-ਬਹੁਤ ਸਵਾਗਤ ਹੈ। ਤੇ ਸਾਡੇ ਨਾਲ ਐਚਐਸ ਕਿੰਗਰਾ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਕਿੰਗਰਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਸ਼ੁਰੂਆਤ ਕਰਦੇ ਆਮ ਆਦਮੀ ਪਾਰਟੀ ਤੋਂ, ਉਸ ਤੋਂ ਬਾਅਦ ਮੈਂ ਸਾਰਿਆਂ ਕੋਲ ਆਵਾਂਗਾ। ਪਾਸੀ ਸਾਹਿਬ ਸ਼ੁਰੂਆਤ ਤੁਹਾਡੇ ਤੋਂ। ਸ਼ਕਤੀ ਪ੍ਰਦਰਸ਼ਨ ਨਹੀਂ, ਗਾਰੰਟੀ ਪ੍ਰਦਰਸ਼ਨ ਸੀ। ਮੈਂ ਇੱਥੋਂ ਹੀ ਸ਼ੁਰੂਆਤ ਕਰਦਾ ਹਾਂ ਕਿ ਇਹ ਗਾਰੰਟੀ ਪ੍ਰਦਰਸ਼ਨ ਗਾਰੰਟਿਡ ਵਧੀਆ ਪ੍ਰਦਰਸ਼ਨ ਕਰ ਪਾਏਗਾ ਤੁਹਾਡੇ ਲਈ ਜਲੰਧਰ 'ਚ? ਤੁਸੀਂ ਕਹੋਗੇ ਹਾਂ, ਲੋਕਾਂ ਨੂੰ ਦੱਸ ਦਿਓ ਕਿਵੇਂ। बिल्कुल साडा गारंटेड प्रदर्शन होएगा और जलंधर इस चीज से मोहर लगाएगा क्योंकि जलंधर जानदा है कि आम आदमी पार्टी की सरकार है जिन्हें पहले साल दे विच डिलीवर करना शुरू करता। अदरवाइज पहलियां सरकारां तां 4.5 साल सिस्टमा फार्म बैठियां रहियां, 6-6 महीने दिल्ली दौड़ दे विच रहियां, मैनू मुख मंत्री बना दो, कोई कहंदा मैनू बना दो। उस तो पहलां भी अपने फार्म हाउसां दे विच या 7 स्टार होटलां दे विच बैठियां रहियां। पहली सरकार है जिन्हें पहले साल दे विच ही ਜਿਹੜੀ ਬਿਜਲੀ ਦੀ ਗਾਰੰਟੀ ਦਿੱਤੀ ਸੀ ਤਾਂ 90% ਦੇ ਕਰੀਬ ਲੋਕਾਂ ਨੂੰ ਅੱਜ 300 ਯੂਨਿਟ ਫ੍ਰੀ ਮਿਲ ਰਹੀ ਹੈ। ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਅੱਜ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਜੀਣਾ ਦੁੱਭਰ ਹੋਇਆ ਪਿਆ, ਉਹਨਾਂ ਦਾ 3 ਤੋਂ 6000 ਰੁਪਏ ਮਹੀਨੇ ਦਾ ਬਚਤ ਹੋ ਰਹੀ ਹੈ। ਉਹ ਆਪਣੇ ਪਰਿਵਾਰ ਦਾ ਬਜਟ ਸੰਭਾਲ ਸਕ ਰਹੇ ਹੈ। ਇਸ ਤੋਂ ਇਲਾਵਾ ਅੱਜ ਸਭ ਤੋਂ ਅਹਿਮ ਸੀਗਾ ਜਿਹੜਾ ਮੁਹੱਲਾ ਕਲੀਨਿਕ 80 ਦੇ ਕਰੀਬ ਅੱਜ ਫੇਰ ਜਿਹੜਾ ਹੈ ਪੰਜਾਬ ਨੂੰ ਸਮਰਪਿਤ ਕੀਤੇ ਗਏ। ਮੈਂ ਖੁਦ ਮੇਰੇ ਬਿਲਕੁਲ ਸ਼ਹਿਰ ਦੇ ਨਜ਼ਦੀਕ ਖਿਜਰਗੜ੍ਹ ਕਨੌੜ ਦੇ ਵਿੱਚ ਇੱਕ ਮੁਹੱਲਾ ਕਲੀਨਿਕ ਦੇ ਉਦਘਾਟਨ ਤੇ ਗਿਆ ਸਾਡੇ ਐਮਐਲਏ ਸਾਹਿਬਾਂ ਦੇ ਨਾਲ, ਔਰ ਉੱਥੇ ਤੁਸੀਂ ਦੇਖਿਓ 11 ਪਿੰਡਾਂ ਨੂੰ ਫਾਇਦਾ ਹੋ ਰਿਹਾ ਉਸ ਦੇ ਨਾਲ। ਔਰ ਅੱਜ 580 ਦੇ ਕਰੀਬ ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਵਰਕ ਕਰ ਰਹੇ ਹਨ। 25 ਲੱਖ ਦੇ ਕਰੀਬ ਲੋਕਾਂ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਇਲਾਜ ਹੋ ਚੁੱਕਿਆ। ਨਾ ਸਿਰਫ ਇਲਾਜ ਹੋਇਆ, ਟੈਸਟ ਵੀ ਹੋਏ, ਮੈਡੀਸਿਨਸ ਵੀ ਮਿਲੀਆਂ। ਇਹ ਪਹਿਲੀ ਸਰਕਾਰ ਹੈ ਜਿਹਨੇ ਕਿਹਾ ਸੀ ਪਹਿਲੇ ਸਾਲ ਦੇ ਵਿੱਚ ਅਸੀਂ 25000 ਨੌਕਰੀਆਂ ਦੇਵਾਂਗੇ, ਅੰਕੜਾ 29000 ਤੱਕ ਪਹੁੰਚ ਗਿਆ। ਪਹਿਲੇ ਸਾਲ ਦੇ ਵਿੱਚ 28000 ਪਲੱਸ ਨੌਕਰੀਆਂ ਦਿੱਤੀਆਂ। ਪਾਸੀ ਸਾਹਿਬ, ਜਲੰਧਰ ਨੂੰ ਗੜ ਕਿਹਾ ਜਾਂਦਾ ਕਾਂਗਰਸ ਦਾ, ਖਾਸ ਤੌਰ ਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ, ਕਿ ਪਹਿਲਾਂ ਇੱਥੋਂ ਕਾਂਗਰਸ ਜਿੱਤੀ ਹੈ ਔਰ ਪਿਛਲੇ ਜਿਹੜੇ ਸਾਡੇ ਐਮਪੀ ਸੀਗੇ ਕਾਂਗਰਸ ਤੋਂ ਸੀਗੇ। ਪਰ ਇਹ ਸਮਝ ਵਾਲੀ ਗੱਲ ਹੈ ਕਿ ਹੁਣ ਔਰ ਅੱਜ ਦੀ ਕਾਂਗਰਸ ਔਰ ਪਹਿਲਾਂ ਦੀ ਕਾਂਗਰਸ ਦੇ ਵਿੱਚ ਲੋਟ ਆਫ ਡਿਫਰੈਂਸ ਹੈ। ਲੋਕ ਜਿਹੜਾ ਹੈ ਕਾਂਗਰਸ ਤੋਂ ਉਕਤਾ ਚੁੱਕੇ ਆ। ਕਾਂਗਰਸ ਤੋਂ ਲੋਕ ਤਾਂ ਕੀ, ਕਾਂਗਰਸ ਦੇ ਖੁਦ ਦੇ ਲੀਡਰ, ਕਾਂਗਰਸ ਦੇ ਖੁਦ ਦੇ ਵਰਕਰ ਪੂਰੀ ਤਰ੍ਹਾਂ ਉਕਤਾ ਚੁੱਕੇ ਆ। ਤੁਸੀਂ ਠੀਕ ਹੈ, ਮਤਲਬ ਤੁਹਾਨੂੰ ਲੱਗਦਾ ਆ ਜਿਹੜੇ ਪੁਆਇੰਟ ਤੁਸੀਂ ਕਾਂਗਰਸ ਨੂੰ ਲੈ ਕੇ ਬੋਲ ਰਹੇ ਹੋ ਇਹ ਆਮ ਆਦਮੀ ਪਾਰਟੀ ਦੇ ਲਈ ਫੇਵਰੇਬਲ ਹੋਣਗੇ, ਤੁਹਾਨੂੰ ਇਸ ਦਾ ਲਾਹਾ ਹੋਏਗਾ? ਮੈਂ ਉਹੀ ਦੱਸ ਰਿਹਾ ਸੀ ਕਿ ਕਾਂਗਰਸ ਦੇ ਖੁਦ ਦੇ ਲੀਡਰ, ਕਾਂਗਰਸ ਦੇ ਖੁਦ ਦੇ ਵਰਕਰ ਛੱਡ ਭੱਜ ਰਹੇ ਆ। ਉਹ ਜਾਣ ਚੁੱਕੇ ਹੈ ਕਿ ਇਹ ਕਾਂਗਰਸ ਸੀ ਫॉर ਕਰਪਸ਼ਨ ਹੋ ਚੁੱਕੀ ਹੈ। ਕਾਂਗਰਸ ਦੇ ਵਿੱਚ ਨਾ ਕੋਈ ਰੂਲ ਰਿਹਾ, ਨਾ ਕੋਈ ਡਿਸਿਪਲਿਨ ਰਿਹਾ। ਅਗਰ ਇਹਨਾਂ ਦੇ 5 ਲੀਡਰ ਹੈ ਤਾਂ ਪੰਜਾਂ ਦੇ ਮੂੰਹ ਅਲੱਗ-ਅਲੱਗ ਦਿਸ਼ਾਵਾਂ ਵਿੱਚ ਹੈ। ਉੱਤਰ ਪੂਰਬ ਦੱਖਣ ਲਾ ਲਓ ਤੇ 5ਵੀਂ ਦਿਸ਼ਾ ਲਾ ਲਓ, ਈਸ਼ਾਨ ਕੌਣ। ਇਹ ਕਿਤੇ ਵੀ ਇੱਕ ਪਾਸੇ ਨਾ ਇਹਨਾਂ 'ਚ ਇੱਕ ਸੁਰਤਾ ਹੈ, ਨਾ ਡਿਸਿਪਲਿਨ ਹੈ, ਨਾ ਇਹ ਕੋਈ ਪਾਰਟੀ ਇਦਾਂ ਦੀ ਰਹੀ ਹੈ ਕਿ ਜਿਹਨੂੰ ਤੁਸੀਂ ਮਜ਼ਬੂਤ ਕਹਿ ਸਕਦੇ ਹੋ। ਠੀਕ ਹੈ, ਚਲੋ ਮੈਂ ਬਾਕੀਆਂ ਦਾ ਇੱਕ ਵਾਰੀ ਰੁਕ ਕਰ ਲਵਾਂ। ਤੁਹਾਡਾ ਪੁਆਇੰਟ ਆ ਗਿਆ। ਮੈਂ ਕਿੰਗਰਾ ਸਾਹਿਬ ਦਾ ਰੁਕ ਕਰਦਾ। ਕਿੰਗਰਾ ਜੀ, ਦੇਖੋ ਕਾਂਗਰਸ ਇਸ ਸਮੇਂ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਲਾਜ਼ਮੀ ਤੌਰ ਤੇ ਪੂਰੀ ਜ਼ੋਰ ਅਜ਼ਮਾਇਸ਼ ਕਰ ਰਹੀ ਹੈ ਔਰ ਕਾਫੀ ਲੰਬੇ ਵੇਲੇ ਤੋਂ ਉਹ ਪੂਰੀ ਸੀਟ ਤੁਹਾਡੇ ਕੋਲ ਵੀ ਹੈ। ਮੈਂ ਸ਼ੁਰੂਆਤ ਜੋ ਪੁਆਇੰਟ ਤੋਂ ਕਰ ਰਿਹਾ ਉਹੀ ਸਵਾਲ ਤੁਹਾਡੇ ਕੋਲ ਲੈ ਕੇ ਆ ਰਹੇ ਹਾਂ ਕਿ ਗਾਰੰਟੀ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ, ਇਹ ਮੁੱਖ ਮੰਤਰੀ ਕਹਿ ਰਹੇ ਨੇ, ਤੇ ਉਸੇ ਵਜ੍ਹਾ ਦੇ ਨਾਲ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਸਾਡਾ ਤਾਂ ਪ੍ਰਦਰਸ਼ਨ ਗਾਰੰਟਿਡ ਵਧੀਆ ਹੋਏਗਾ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ। ਦੇਖੋ ਸ਼ੁਕਲਾ ਜੀ,
ਆਮ ਆਦਮੀ ਪਾਰਟੀ ਜਿਹੜੀ ਹੈ ਉਹਨੂੰ ਇਹ ਪਤਾ ਹੋ ਜਾਣਾ ਚਾਹੀਦਾ, ਲੋਕਾਂ ਨੂੰ ਵੀ ਪਤਾ ਹੈ ਕਿ ਇਹ ਝੂਠਾਂ ਦੀ ਪੰਡ ਹੈ। ਮੈਂ ਝੂਠਾਂ ਨੂੰ ਗਿਣਤੀ ਕਰਾਉਣਾ ਬਾਅਦ ਦੇ ਵਿੱਚ, ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ। ਮੈਂ ਜਲੰਧਰ ਦੇ ਵਿੱਚ 15-20 ਦਿਨ ਪਿੰਡਾਂ ਦੇ ਵਿੱਚ ਭ੍ਰਮਣ ਕੀਤਾ ਹੈਗਾ ਜੀ। ਮੈਂ ਐਜ਼ ਆਰਡੀਨਰੀ ਸਿਟੀਜ਼ਨ ਬਣ ਕੇ ਭ੍ਰਮਣ ਕੀਤਾ। ਕਿਸੇ ਨੂੰ ਪਤਾ ਨਹੀਂ ਸੀ ਕਿ ਮੈਂ ਕਾਂਗਰਸੀ ਹਾਂ, ਕਿ ਮੈਂ ਕੌਣ। ਉੱਥੇ ਲੋਕਾਂ ਨੇ ਆਖਿਆ ਕਿ ਐਤਕੀ ਬਾਈ ਜੀ ਚਟਾ ਕੇ ਹਟਾਂਗੇ, ਕਹਿੰਦਾ ਧੂਲ ਐਤਕੀ ਝਾੜੂ ਦੇ ਨਾਲ ਤੀਲੇ ਖਿਲਾਰ ਕੇ ਹਟਾਂਗੇ, ਹਰੇਕ ਬੰਦਾ ਇਹ ਕਹਿੰਦਾ ਤੇ ਜਲੰਧਰ ਦੇ ਵਿੱਚ ਕਾਂਗਰਸ ਦੀ ਸੀਟ ਬਿਲਕੁਲ ਪੱਕੀ ਹੈ। ਮੇਰੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੂੰ ਕਹੋ ਲੱਖ ਲੱਖ ਰੁਪਏ ਦੀ ਸ਼ਰਤ ਲਾ ਰਹੇ ਹੁਣੇ ਬੈਠੇ, ਠੀਕ ਹੈ। I'll pay my 1 month pension to him if ਆਮ ਆਦਮੀ ਪਾਰਟੀ wins। ਇਹ ਤਾਂ ਛੱਡ ਦਿਓ, ਜਲੰਧਰ ਦੀ ਗਰਾਊਂਡ ਸਿਚੁਏਸ਼ਨ ਕੀ ਹੈ। ਬਿਲਕੁਲ ਮੈਂ ਕੱਲੇ ਜਾ ਕੇ ਲੋਕਾਂ ਦੇ ਵਿੱਚ ਬੈਠ ਕੇ ਵਿਚਰਿਆਗਾ। ਦੂਜੀ ਗੱਲ ਝੂਠਾਂ ਦੀ, ਅਰਵਿੰਦ ਕੇਜਰੀਵਾਲ ਨੇ ਭਾਰਤ ਦੇ ਵਿੱਚ ਝੂਠਾਂ ਦੀ ਸਿਆਸਤ ਸ਼ੁਰੂ ਕੀਤੀ। ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾਧੀ ਪਬਲਿਕਲੀ ਕਿ ਮੈਂ ਕਦੇ ਵੀ ਕਾਂਗਰਸ ਦੀ ਸਪੋਰਟ ਨਹੀਂ ਲਵਾਂਗਾ। ਪਹਿਲੀ ਸਰਕਾਰ ਉਹਦੀ ਸਪੋਰਟ ਨਾ ਬਣਾਈ। ਇਹਨੇ ਕਿਹਾ ਕਿ ਮੈਂ ਐਫੀਡੇਵਿਟ ਦਿੱਤਾ, ਉਹਦੀ ਐਫੀਡੇਵਿਟ ਦੀ ਕਾਪੀ ਮੇਰੇ ਕੋਲ ਹੈ, ਮੈਂ ਤੁਹਾਨੂੰ ਦਿਖਾ ਨਹੀਂ ਸਕਦਾ, ਪਰ ਮੈਂ ਥੋੜੇ ਦਿਨ ਬਾਅਦ ਪੋਸਟ ਕਰ ਦਿਆਂਗਾ ਆਪਣੀ ਫੇਸਬੁੱਕ ਤੇ, ਜਿਹਦੇ 'ਚ ਇਹਨੇ ਆਖਿਆ ਨਾ ਮੈਂ ਸਰਕਾਰੀ ਘਰ ਲਵਾਂਗਾ, ਨਾ ਸਰਕਾਰੀ ਗੱਡੀ ਲਵਾਂਗਾ, ਨਾ ਸਰਕਾਰੀ ਸਿਕਿਉਰਿਟੀ ਲਵਾਂਗਾ। ਤਾਂ ਉਸ ਵੇਲੇ ਦੇ ਆਮ ਆਦਮੀ ਪਾਰਟੀ ਦੇ ਇੱਕ ਪੱਤਰਕਾਰ ਨੇ ਇਹਨਾਂ ਨੂੰ ਪੁੱਛਿਆ ਜੇ ਤੁਹਾਨੂੰ ਜ਼ਬਰਦਸਤੀ ਦੇਣੀ ਪਈ ਤਾਂ ਤੁਸੀਂ ਕੀ ਕਰੋਗੇ? ਕਹਿੰਦਾ ਮੈਂ ਤਾਂ ਲਵਾਂਗਾ ਹੀ ਨਹੀਂ, ਜੋ ਮਰਜ਼ੀ ਕਰ ਲਓ। ਇਹ ਰਿਕਾਰਡ ਹੈ, ਮੈਂ ਤੁਹਾਨੂੰ ਭੇਜ ਸਕਦਾਗਾ ਵੀਡੀਓ। ਉਹਦਾ ਜਵਾਬ ਦੇਣ ਵੀ ਅੱਜ ਸਭ ਕੁਝ ਤੁਸੀਂ 300 ਬੰਦਾ 2 ਸਰਕਾਰਾਂ ਤੋਂ ਲੈ ਕੇ ਤੁਰੇ ਫਿਰਦੇ ਹੋ। ਫਿਰ ਅਰਵਿੰਦ ਕੇਜਰੀਵਾਲ ਆਪਦੀਆਂ ਭਾਸ਼ਣਾਂ 'ਚ ਕਹਿੰਦੇ ਰਹੇ ਕਿ ਮੈਂ ਕਮਿਸ਼ਨਰ ਜਿਹੜਾ ਉਹ ਅਸਤੀਫਾ ਦੇ ਕੇ ਆਇਆ। ਇੰਡੀਅਨ ਰੈਵਨਿਊ ਸਰਵਿਸ ਦੀ ਐਸੋਸੀਏਸ਼ਨ ਨੇ ਇਹਦੀ ਐਕਸਪਲੇਨੇਸ਼ਨ ਕਾਲ ਕੀਤੀ, ਉਹ ਚਿੱਠੀ ਵੀ ਮੇਰੇ ਕੋਲੇ ਹੈ, ਮੈਂ ਆਪਦੀ ਫੇਸਬੁੱਕ ਤੇ ਪਾ ਵੀ ਦਿੱਤੀ ਅੱਜ। ਉਹ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਤੂੰ ਕਦੇ ਵੀ ਇਨਕਮ ਟੈਕਸ ਦਾ ਕਮਿਸ਼ਨਰ ਨਹੀਂ ਰਿਹਾ, ਇਸ ਕਰਕੇ ਬੰਦ ਕਰ ਇਹ ਕਹਿਣਾ। ਜੇ ਤੂੰ ਇਹ ਕਹਿਣਾ ਬੰਦ ਨਹੀਂ ਕਰਦਾ ਕਿ ਮੈਂ ਕਮਿਸ਼ਨਰ ਨਹੀਂ ਰਿਹਾ ਤੇ ਅਸੀਂ ਤੇਰੇ ਉੱਤੇ ਕੇਸ ਫਾਈਲ ਕਰਾਂਗੇ। ਮੈਂ ਤੁਹਾਨੂੰ ਚਿੱਠੀ ਸ਼ੁਕਲਾ ਜੀ ਪਰਸਨਲੀ ਵੀ ਭੇਜ ਦਿੰਦਾ ਤੇ ਬਾਕੀ ਮੇਰੀ ਫੇਸਬੁੱਕ ਤੇ ਪਾਤੀ ਹੈ ਮੈਂ ਚਿੱਠੀ, ਉਹ ਜਿਹੜੀ ਐਸੋਸੀਏਸ਼ਨ ਨੇ ਲਿਖੀ ਹੈ। ਇਹਨੂੰ ਕੀ ਲੋੜ ਸੀ ਝੂਠ ਬੋਲਣ ਦੀ ਕਿ ਮੈਂ ਅਸਤੀਫਾ ਦੇ ਕੇ ਆਇਆ ਕਮਿਸ਼ਨਰ ਇਨਕਮ ਟੈਕਸ। ਚਲੋ ਕਿੰਗਰਾ ਜੀ ਤੁਸੀਂ ਆਪਣੀ ਗੱਲ ਰੱਖਿਓ। ਮੈਂ ਰਿਕੁਐਸਟ ਕਰੂੰਗਾ ਕਿ ਆਪਾਂ ਵਾਪਸ ਆ ਜਾਈਏ ਪੰਜਾਬ ਵਾਲੇ ਪਾਸੇ, ਕਿ ਚਰਚਾ ਡੀਰੇਲ ਨਾ ਹੋ ਜਾਏ। ਮੈਂ ਵਾਪਸ ਪੁਆਇੰਟ ਪੰਜਾਬ ਵਾਲਾ ਤੇ ਜਲੰਧਰ ਇਲੈਕਸ਼ਨ ਵਾਲਾ। ਹੁਣ ਦੇਖੋ, ਜਿਹੜਾ ਬੰਦਾ ਕਹਿੰਦਾ ਇੱਥੇ ਜਿਹੜਾ ਘੋੜਾ ਬਰਮਾ ਵੀ ਘੋੜਾ, ਜਿਹੜਾ ਇੱਥੇ ਗਧਾ ਬਰਮਾ ਵੀ ਗਧਾ, ਜਿਹੜਾ ਦਿੱਲੀ ਝੂਠ ਬੋਲਦਾ ਇੱਥੇ ਵੀ ਝੂਠ ਬੋਲੂਗਾ। ਉਹ ਕਿਸ ਤਰ੍ਹਾਂ ਦਾ ਝੂਠ ਬੋਲੇ? 30,000 ਰੁਪਇਆ ਕਰਪਸ਼ਨ ਚੋਂ ਇਕੱਠਾ ਕਰ ਲਾਂਗੇ। ਮੈਂ ਆਪਦੇ ਵੀਰ ਨੂੰ ਪੁੱਛਣਾ ਚਾਹੁੰਦਾ ਕਿੰਨਾ ਇਕੱਠਾ ਹੋ ਗਿਆ ਸਾਲ ਚ? ਉਸ ਤੋਂ ਬਾਅਦ ਇਹ ਕਹਿੰਦੇ ਸੀ 20,000 ਰੁਪਇਆ ਰੇਤੇ ਚੋਂ ਇਕੱਠਾ ਕਰ ਲਾਂਗੇ। ਮੈਂ ਆਪਦੇ ਵੀਰ ਨੂੰ ਪੁੱਛਣਾ ਚਾਹੁੰਦਾ 130 ਕਰੋੜ ਤੋਂ ਵੱਧ ਕਿੰਨਾ ਇਕੱਠਾ ਹੋ ਗਿਆ ਉੱਥੇ? ਇਹ ਕਹਿੰਦੇ ਸੀ ਅਸੀਂ 25,000 ਕਰੋੜ ਰੁਪਇਆ ਸ਼ਰਾਬ ਤੋਂ ਇਕੱਠਾ ਕਰ ਲਾਂਗੇ। ਮੈਂ ਆਪਦੇ ਵੀਰ ਨੂੰ ਪੁੱਛਣਾ ਚਾਹੁੰਦਾ ਤੁਹਾਡਾ ਡਿਪਟੀ ਸੀਐਮ ਅੰਦਰ ਹੋ ਗਿਆ ਸ਼ਰਾਬ ਦੇ ਪੈਸੇ ਇਕੱਠੇ ਕਰਦੇ ਕਰਦੇ। ਤੁਸੀਂ ਦੱਸੋ ਕਿਹੜੇ ਪੈਸੇ ਇਕੱਠੇ ਹੋਏ ਆ? 1000 ਰੁਪਇਆ ਅਸੀਂ ਔਰਤਾਂ ਨੂੰ ਦੇ ਦਿਆਂਗੇ, ਦੱਸੋ ਕਿਹੜੀ ਔਰਤ ਦੇ ਖਾਤੇ 'ਚ 1000 ਰੁਪਇਆ ਆਏਗਾ? ਦੁਆਬੇ ਦੇ ਵਿੱਚ ਤੇ ਮਾਝੇ ਦੇ ਵਿੱਚ ਕਿਸੇ ਬੰਦੇ ਨੂੰ ਪੈਸੇ ਨਹੀਂ ਮਿਲੇ ਫਸਲ ਦੇ ਨੁਕਸਾਨ ਦੇ। ਇੱਕ ਵੀ ਬੰਦਾ ਉੱਥੋਂ ਖੜਾ ਕਰਕੇ ਇੱਥੇ ਟੀਵੀ ਤੇ ਪੇਸ਼ ਕਰ ਦੇਣ, ਮੈਂ ਇਹਨਾਂ ਦਾ ਦਾਨ ਦੇਵਾਂਗਾ ਵੀ ਹਾਂ ਬਈ ਤੁਸੀਂ ਵਾਕਈ ਸੱਚ ਬੋਲਦੇ ਹੋ। ਇਹ ਝੂਠਾਂ ਦੀ ਪਾਰਟੀ ਹੈ। ਅੱਜ ਉਹਨੇ ਕਿਹਾ ਭਗਵੰਤ ਮਾਨ ਬਹੁਤ ਕਾਮਯਾਬ ਹੋਏ ਆ। ਇਹ ਕਹਿੰਦੇ ਸੀ ਮੁਰਗੀ ਖਾਨਾ ਖੋਲ ਲਓ ਜੇ ਤੁਹਾਨੂੰ ਸਿਕਿਉਰਿਟੀ ਬਿਨਾਂ ਨਹੀਂ ਸਰਦਾ। ਅੱਜ 450 ਬੰਦਾ ਲੈ ਕੇ ਚੱਲਦਾ ਨਾਲ ਆਪਦੇ। ਤੁਸੀਂ ਦੇਖਿਆ ਰੋਡ ਸ਼ੋਅ ਦੇ ਵਿੱਚ ਜਲੰਧਰ ਦੇ ਵਿੱਚ ਸਿਕਿਉਰਿਟੀ ਸੀ, ਬਾਕੀ ਬੰਦਾ ਤਾਂ ਹੈ ਹੀ ਕੋਈ ਨਹੀਂ ਸੀ ਲੋਕਾਂ ਦਾ। ਇਹ ਚੀਜ਼ਾਂ ਜਿਹੜੀਆਂ ਨੇ, ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ ਹੁਣ। ਇਹ ਨੰਗੇ ਹੋ ਚੁੱਕੇ ਹੈ ਔਰ ਇਸ ਤੋਂ ਵੱਧ ਨੰਗੇ ਨਹੀਂ ਹੋ ਸਕਦੇ ਇਹ। ਠੀਕ ਹੈ ਕਿੰਗਰਾ ਸਾਹਿਬ, ਥੋੜਾ ਜਿਹਾ ਵੇਟ ਕਰਿਓ ਪਾਸੇ ਜੀ, ਇਕੱਠੇ ਜਵਾਬ ਦਿਓ। ਇੱਕ ਵਾਰੀ ਆਪਾਂ ਸਾਰਿਆਂ ਨੂੰ ਐਡ ਕਰ ਲਈਏ। ਕਲੇਰ ਸਾਹਿਬ, ਜੈਵੰਸ਼ ਜੀ, ਮੈਂ ਤੁਹਾਡੇ ਕੋਲ ਆ ਰਿਹਾ। ਕਲੇਰ ਜੀ, ਇਹ ਦਾਵਾ ਇਸ ਸਮੇਂ ਹੋ ਰਿਹਾ ਕਿਉਂਕਿ ਹਰ ਪਾਰਟੀ ਆਪੋ ਆਪਣੇ ਤਰੀਕੇ ਨਾਲ ਦਾਵਾ ਜਲੰਧਰ ਨੂੰ ਲੈ ਕੇ ਕਰ ਰਹੀ ਹੈ ਤੇ ਇਸ ਵਿਚਾਲੇ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਲੁਧਿਆਣਾ ਦੇ ਵਿੱਚ ਸੀ ਤਾਂ ਖੂਬ ਸਾਰੇ ਦਾਅਵੇ ਕੀਤੇ ਗਏ। ਕੁੱਲ ਮਿਲਾ ਕੇ ਮੁਹੱਲਾ ਕਲੀਨਿਕਸ ਦਾ ਜ਼ਿਕਰ ਹੈ ਔਰ ਬਿਜਲੀ ਦੇ ਉੱਤੇ ਬਹੁਤ ਫੋਕਸ ਹੈ ਕਿ ਬਿਜਲੀ ਜਿਸ ਤਰੀਕੇ ਨਾਲ ਲੋਕਾਂ ਨੂੰ ਫ੍ਰੀ ਮਿਲੀ ਹੈ 300 ਯੂਨਿਟ, ਇਹ ਇੱਕ ਬਹੁਤ ਵੱਡਾ ਵਾਅਦਾ ਸੀ ਜੋ ਅਸੀਂ ਪੂਰਾ ਕਰ ਦਿੱਤਾ। ਗੌਰਵ ਜੀ ਦੇਖੋ, ਮੈਂ ਜ਼ਾਤੀ ਤੌਰ ਤੇ ਹਮੇਸ਼ਾ ਇਹ ਗੱਲ ਮੰਨਦਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਾਂ ਜਿਹੜਾ ਨੁਕਸਾਨ ਕੀਤਾ ਇਹਨਾਂ ਨੇ ਪੰਜਾਬੀਅਤ ਵੀ ਖਤਮ ਕੀਤੀ। ਔਰ ਅਗਰ ਅੱਜ ਪੋਲੀਟੀਕਲ ਸ਼ਫਾ ਦੇ ਵਿੱਚ ਜਾਂ ਪੋਲੀਟੀਕਲ ਹਵਾ ਦੇ ਵਿੱਚ ਅਗਰ ਗੈਰ ਜ਼ਿੰਮੇਵਾਰਾ ਬਿਆਨਬਾਜ਼ੀ ਹੈ, ਕੁੜੱਤਣ ਦੀ ਰਾਜਨੀਤੀ ਉਹ ਇਹਨਾਂ ਨੇ ਸ਼ੁਰੂ ਕੀਤੀ। ਅੱਜ ਅਰਵਿੰਦ ਕੇਜਰੀਵਾਲ ਜੋ ਕਿ ਆਮ ਆਦਮੀ ਪਾਰਟੀ ਵਾਲਿਆਂ ਦੇ ਮਾਈ ਬਾਪ ਨੇ, ਉਹ ਪੰਜਾਬ ਦੇ ਵਿੱਚ ਆਏ ਨੇ ਤਾਂ ਮੇਰੇ ਕੁਝ ਸਿੱਧੇ ਜਿਹੇ ਸਵਾਲ ਨੇ ਕਿਉਂਕਿ ਜਲੰਧਰ ਇਲੈਕਸ਼ਨ ਹੈ, ਜ਼ਰੂਰੀ ਹੈ ਕਿ ਉੱਥੇ ਵੀ ਜਾਣਗੇ ਉਹ। ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਜਵਾਬ ਦੇ ਦੇਣ ਕਿ ਜੋ ਪੰਜਾਬ ਦੇ ਸਿਰ ਤੇ 43,000 ਕਰੋੜ ਦਾ ਕਰਜ਼ਾ ਭਗਵੰਤ ਮਾਨ ਨੇ 1 ਸਾਲ 'ਚ ਚੜਾਇਆ ਹੈ, ਇਹ ਕਿਉਂ ਚੜਿਆ? ਕਿਉਂਕਿ ਡਿਵੈਲਪਮੈਂਟ ਦੇ ਨਾਂ ਤੇ ਕਿੱਟ ਤੱਕ ਨਹੀਂ ਪੰਜਾਬ 'ਚ ਲੱਗੀ, ਸੋਸ਼ਲ ਵੈਲਫੇਅਰ ਸਕੀਮਾਂ ਹੈ ਨਹੀਂ, ਬਿਜਲੀ ਫ੍ਰੀ ਦੇਣ ਦੀ ਗੱਲ ਕਰਦੇ ਪਰ ਬਿਜਲੀ ਆ ਕਿੱਥੇ ਰਹੀ ਹੈ? ਲੰਬੇ ਕੱਟ ਲੱਗ ਰਹੇ ਨੇ, ਉਹਦੇ ਬਾਰੇ ਅਰਵਿੰਦ ਕੇਜਰੀਵਾਲ ਨੇ ਕੀ ਕਹਿਣਾ ਹੈ? ਔਰ ਜਿਹੜਾ PPCL ਤੇ ਵੱਡਾ ਕਰਜ਼ੇ ਦਾ ਬੋਝ ਚੜ ਗਿਆ, ਕਰਜ਼ਾ ਲੈ ਕੇ ਤਨਖਾਹਾਂ ਦੇ ਰਹੇ ਨੇ, ਉਹਦੇ ਬਾਰੇ ਅਰਵਿੰਦ ਕੇਜਰੀਵਾਲ ਨੇ ਕੀ ਕਹਿਣਾ? ਨੰਬਰ 1। ਨੰਬਰ 2 ਤੇ ਮੈਂ ਅਰਵਿੰਦ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਪੰਜਾਬ ਦੀ ਨੌਜਵਾਨਾਂ ਦੇ ਦੁਸ਼ਮਣ ਕਿਉਂ ਹੈ ਆਮ ਆਦਮੀ ਪਾਰਟੀ?
ਇਹ ਤਾਂ ਗੱਲ ਕਹਿਣੀ ਪੈਂਦੀ ਹੈ ਕਿ ਪਹਿਲਾਂ ਤਾਂ ਦੇਖੋ ਨਸ਼ੇ ਦੀ ਕਿਸ ਤਰੀਕੇ ਨਾਲ ਕਹਿਰ ਹੈ ਪੰਜਾਬ ਦੇ ਵਿੱਚ। ਰੋਜ਼ ਦੇਖਦੇ ਕਿਤੇ ਕੋਈ ਮਰ ਰਿਹਾ, ਸਰਿੰਜ ਲਾ ਕੇ ਮਰ ਰਿਹਾ। ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਮੈਂ ਮਹੀਨੇ 'ਚ ਖਤਮ ਕਰ ਦੂੰਗਾ, ਤੇ ਅੱਜ ਡੇਢ ਸਾਲ ਬਾਅਦ ਰੋਜ਼ ਕੋਈ ਨਾ ਕੋਈ ਨੌਜਵਾਨ ਨਸ਼ੇ ਦੀ ਲਪੇਟ ਚੜਦਾ ਜੀ। ਨਸ਼ੇ ਤੋਂ ਬਚਦਾ ਹੈ, ਗੈਂਗਸਟਰ ਖਾ ਜਾਂਦੇ ਨੇ। ਸਿੱਧੂ ਮੂਸੇਵਾਲਾ ਮਾਰਤਾ, ਸੰਦੀਪ ਨੰਗਲ ਅੰਬੀਆਂ ਦੁਆਬੇ ਦੀ ਧਰਤੀ ਤੋਂ ਐਡਾ ਵੱਡਾ ਖਿਡਾਰੀ ਉਹ ਮਾਰਿਆ, ਅਨੰਦਪੁਰ ਸਾਹਿਬ ਪ੍ਰਦੀਪ ਦਾ ਕਤਲ ਹੋਇਆ, ਵਪਾਰੀਆਂ ਦੇ ਕਤਲ ਹੋ ਰਹੇ ਨੇ, ਬਹੁਤ ਲੰਬੀ ਲਿਸਟ ਹੈ। ਜੇ ਕੋਈ ਗੈਂਗਸਟਰਾਂ ਤੋਂ ਬਚ ਜਾਂਦਾ ਉਹਨੂੰ ਐਨਐਸਏ ਲਾ ਕੇ ਜੇਲ੍ਹ 'ਚ ਸਿੱਟ ਦਿੰਦੇ ਨੇ, ਉਹ ਲਗਾਤਾਰ ਸਾਰਿਆਂ ਨੇ ਦੇਖਿਆ। ਤੇ ਜੇ ਕੋਈ ਐਨਐਸਏ ਤੋਂ ਵੀ ਬਚ ਜਾਂਦਾ ਹੈ, ਉਹ ਇਹਨਾਂ ਦੇ ਹਵਸ ਦੇ ਜਿਹੜੇ ਮੈਂ ਕੀ ਕਹਾਂ ਐਮਐਲਏ ਨੇ ਜਾਂ ਮੰਤਰੀ ਨੇ ਉਹਨਾਂ ਤੋਂ ਨਹੀਂ ਬਚਦੇ। ਹੁਣ ਤਾਂ ਸਡੋਮੀ ਤੱਕ ਦੇ ਐਲੀਗੇਸ਼ਨ ਇਹਨਾਂ ਤੇ ਲੱਗੇ ਨੇ। ਔਰ ਸ਼ਰਮਨਾਕ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਵੀ ਅੱਜ ਪੰਜਾਬ ਹੈ, ਭਗਵੰਤ ਮਾਨ ਵੀ ਉਰੇ ਨੇ, ਮੰਤਰੀ ਦਾ ਨਾਂ ਅਸਤੀਫਾ ਲਿਆ, ਨਾ ਪਰਚਾ ਦਰਜ ਕੀਤਾ, ਵਿਕਟਮ ਸ਼ਰੇਆਮ ਟੀਵੀ ਤੇ ਹੈ, ਵਿਕਟਮ ਦਿੱਲੀ ਐਸਸੀ ਕਮਿਸ਼ਨ ਪਹੁੰਚ ਗਿਆ, ਪਰ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਰਹੇਗੀ। ਉਸ ਤੋਂ ਅੱਗੇ ਮੈਂ ਇਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਕਿ ਇਸ ਤੋਂ ਜੇ ਆਪਾਂ ਅੱਗੇ ਚੱਲੀਏ, ਮੁਹੱਲਾ ਕਲੀਨਿਕ ਦਾ ਫੇਲ ਮਾਡਲ ਹੈ ਪੰਜਾਬ ਤਾਂ। ਪੀਜੀਆਈ, ਏਮਸ, ਮੈਕਸ, ਫੋਰਟੀਜ਼ ਇਹ ਹਸਪਤਾਲ ਨੇ ਪੰਜਾਬ 'ਚ। ਇਹ 10 ਬਾਏ 12 ਦੀਆਂ ਪੈਰਾਸੀਟਾਮੋਲ ਦੀਆਂ ਦੁਕਾਨਾਂ, ਕਹਿੰਦੇ 25 ਲੱਖ ਲੋਕਾਂ ਨੇ ਇਲਾਜ ਕਰਵਾਇਆ ਉੱਥੇ ਫ੍ਰੀ 'ਚ। ਇਹ ਡਾਟੇ ਫੱਜ ਕਰਦੇ ਨੇ ਜੀ। ਪਹਿਲਾਂ ਵੀ ਕੈਗ ਦੀ ਰਿਪੋਰਟ 'ਚ ਜਿਹੜੇ ਇਹਨਾਂ ਦੇ ਹਰਪਾਲ ਚੀਮਾ ਨੇ, ਅਗਰ 25 ਲੱਖ ਇਹਨਾਂ ਨੇ ਮੈਂ ਇਲਾਜ ਕਰਾਇਆ ਹੁੰਦਾ ਤਾਂ ਸੰਦੀਪ ਪਾਠਕ ਨੂੰ ਜਿਹੜੀ ਉਹ ਆਡੀਓ ਵਾਇਰਲ ਹੋਈ ਹੈ, ਹਰਪਾਲ ਚੀਮਾ ਨੂੰ ਸ਼ਰੇਆਮ ਧਮਕੀ ਦੇ ਰਹੇ ਨੇ ਕਿ ਅਗਰ ਜਿਹੜੇ ਤੁਹਾਨੂੰ 10 ਪਿੰਡ ਦਿੱਤੇ ਨੇ ਜੇ ਤੁਸੀਂ ਹਾਰ ਗਏ ਤਾਂ ਮੈਂ ਬਖਸ਼ਾਂਗਾ ਨਹੀਂ। ਫਿਰ ਇਹ ਧਮਕੀਆਂ ਦੇਣ ਦੀ ਲੋੜ ਨਹੀਂ ਪੈਣੀ ਸੀ। ਸੋ ਸਵਾਲ ਅਰਵਿੰਦ ਕੇਜਰੀਵਾਲ ਨੂੰ ਜਵਾਬ ਦੇਣੇ ਪੈਣਗੇ। 1000 ਰੁਪਇਆ ਮਹਿਲਾਵਾਂ ਦਾ ਕਿੱਥੇ ਹੈ? ਜਲੰਧਰ ਇਲੈਕਸ਼ਨ 'ਚ ਤੁਸੀਂ ਉਤਰਨਾ ਚਾਹੁੰਦੇ ਹੋ, 1000 ਰੁਪਇਆ ਮਹਿਲਾਵਾਂ ਦੀ ਗੱਲ ਕਰੋ। ਲਾਅ ਐਂਡ ਆਰਡਰ ਦੇਖੋ, ਵਿਸ਼ੇ ਅੱਜ ਬਹੁਤ ਨੇ। ਸਰਕਾਰ ਬੁਰੇ ਤਰੀਕੇ ਦੇ ਨਾਲ ਹਰ ਇੱਕ ਮੁੱਦੇ ਤੁਹਾਨੂੰ ਲੱਗਦਾ ਕਿ ਇੰਪੈਕਟ ਕਰੇਗਾ, ਇੰਪੈਕਟ ਜਲੰਧਰ ਤੇ ਕਰੇਗਾ? ਨਹੀਂ ਦੇਖੋ, ਗੱਲ ਤਾਂ ਉਹੀ ਆ ਗਈ ਨਾ, ਫਿਰ ਜਿਹੜੇ ਤੁਹਾਡੇ ਦਾਅਵੇ ਨੇ ਜਾਂ ਫਿਰ ਸਰਕਾਰ ਦੇ ਦਾਅਵੇ ਨੇ ਉਹਨਾਂ ਦਾ ਪੂਰਾ ਟੈਸਟ ਨਜ਼ਰ ਆਏਗਾ। ਮੈਂ ਨਾ ਪਾਸੀ ਸਾਹਿਬ ਨੂੰ ਇੱਕ ਸਿੱਧਾ ਜਿਹਾ ਸਵਾਲ ਕਰਦਾ, ਸਿੱਧਾ ਜਿਹਾ ਜਵਾਬ ਦੇ ਦੇਣ। ਦੇਖੋ ਪਾਸੀ ਸਾਹਿਬ ਇਸ ਚੈਨਲ ਤੇ ਅਗਰ ਐਡੇ ਦਾਅਵੇ ਕਰਦੇ ਨੇ ਕਿ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਜੀ, ਬਹੁਤ ਥੰਪਿੰਗ ਮੈਜੋਰਿਟੀ ਨਾਲ ਜਿੱਤ ਰਹੀ ਹੈ ਜਲੰਧਰ, ਇਹ ਅੱਜ ਉਰੇ ਦੱਸ ਦੇਣ ਕਿ ਅਗਰ ਜਲੰਧਰ ਹਾਰ ਗਏ ਭਗਵੰਤ ਮਾਨ ਤੇ ਕੇਜਰੀਵਾਲ ਅਸਤੀਫਾ ਦੇ ਦੇਣਗੇ। ਇਹ ਦੱਸ ਦੇਣ ਅਗਰ ਜਲੰਧਰ ਇਲੈਕਸ਼ਨ ਹਾਰ ਗਏ ਕੀ ਉਹ ਅਸਤੀਫਾ ਦੇਣਗੇ। ਤਾਂ ਦੂਸਰੀ ਗੱਲ ਦੇਖੋ, ਝੂਠੇ ਬੰਦੇ ਨੇ। ਅਰਵਿੰਦ ਕੇਜਰੀਵਾਲ ਦੀ ਕਰਪਸ਼ਨ ਦਿੱਲੀ 'ਚ ਪੂਰੀ ਸਾਹਮਣੇ ਆ ਗਈ। ਅੱਜ ਇਹ 2 ਝੂਠ ਵੱਡੇ ਬੋਲ ਕੇ ਗਏ। ਇੱਕ ਕਹਿੰਦੇ ਜੀ ਕਿ ਸਾਡਾ 45,000 ਕਰੋੜ ਦੀ ਇਨਵੈਸਟਮੈਂਟ ਆ ਗਈ, ਮੈਂ ਆਰਟੀਆਈ ਦਿਖਾਉਣਾ, ਮੈਂ ਹੁਣੀ ਪਾਈ ਉਹਦਾ ਜਵਾਬ ਲਿਆ। 1 ਰੁਪਏ ਦੀ ਵੀ ਪਿਛਲੇ 1 ਸਾਲ 'ਚ ਪੰਜਾਬ 'ਚ ਇਨਵੈਸਟਮੈਂਟ ਨਹੀਂ ਆਈ। ਤੁਹਾਡੀ ਪੰਜਾਬ ਸਰਕਾਰ ਦੀ ਆਰਟੀਆਈ ਹੈ, ਨੰਬਰ ਲੈਣਾ ਮੈਂ ਉਰੇ ਦੇ ਦੇਣਾ। ਔਰ ਦੂਸਰਾ ਕਹਿੰਦੇ ਸਿਸੋਦੀਆ ਸਾਹਿਬ ਦੇ ਲੋਕਰ ਫਰੋਲਣ ਗਏ ਸੀ, ਉੱਥੇ ਉਹਨਾਂ ਨੇ ਆਪਣੇ ਬੱਚੇ ਦਾ ਛੁੰਛਣਾ ਰੱਖਿਆ ਹੋਇਆ ਸੀ। ਦੱਸੋ ਜੀ ਐਡਾ ਵੱਡਾ ਝੂਠ ਕੀ ਪੰਜਾਬੀ ਭੁੱਲ ਗਏ, ਜਾਣਦੇ ਨਹੀਂ? ਬੱਚੇ ਦਾ ਛੁੰਛਣਾ ਕੋਈ ਬੈਂਕ ਦੇ ਲੋਕਰ 'ਚ ਰੱਖਦਾ। ਸੋ ਪੰਜਾਬੀਆਂ ਨੂੰ ਝੂਠ ਮਾਰਨਾ ਬੰਦ ਕਰ ਦਿਓ। ਉਹ ਕਹਿੰਦੇ ਕਿ ਯਾਦਾਂ ਬੱਚਿਆਂ ਦੀਆਂ ਅਸੀਂ ਸੰਭਾਲ ਕੇ ਰੱਖੀਆਂ ਸੀ, ਕਹਿੰਦੇ ਬੱਚਿਆਂ ਦੀ ਯਾਦਾਂ ਹੁੰਦੀਆਂ ਸੰਭਾਲ ਕੇ ਲੋਕਰ 'ਚ ਰੱਖਦੇ। ਬੈਂਕ ਦੇ ਲੋਕਰ 'ਚ ਨਹੀਂ ਕੋਈ ਰੱਖਦਾ ਜੀ, ਘਰੇ ਅਲਮਾਰੀਆਂ ਵੀ ਹੁੰਦੀਆਂ ਉੱਥੇ ਵੀ ਰੱਖ ਲੈਂਦੇ ਨੇ। ਬਿਲਕੁਲ, ਪਰ ਇਹ ਝੂਠ ਬੋਲਦੇ ਨੇ ਲੋਕ, ਇਹਨਾਂ ਕੋਲੇ ਕਹਿਣ ਨੂੰ ਕੁਝ ਨਹੀਂ। ਸੋ ਹੁਣੇ ਛੁੰਛਣੇ ਜੋ ਪੰਜਾਬੀਆਂ ਨੇ ਫੜਾਏ ਨੇ ਉਹ ਦੁਬਾਰਾ ਫੜਾਉਣਾ। ਮੈਂ ਪਾਸੀ ਸਾਹਿਬ ਤੋਂ ਜਵਾਬ ਲਵਾਂਗਾ, ਪਰ ਪਹਿਲਾਂ ਜੈਬੰਸ਼ ਜੀ ਦਾ ਰੁਖ ਕਰਦੇ ਹਾਂ। ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜੈਬੰਸ਼ ਜੀ। ਦਾਵਾ ਅਰਵਿੰਦ ਕੇਜਰੀਵਾਲ ਹੋਣ ਜਾਂ ਭਗਵੰਤ ਮਾਨ ਹੋਣ ਕਰ ਰਹੇ ਨੇ ਕਿ 75 ਸਾਲ ਤੱਕ 70-75 ਸਾਲ ਤੱਕ ਇਹ ਪੋਲੀਟੀਕਲ ਪਾਰਟੀਆਂ ਪੰਜਾਬ ਨੂੰ ਲੁੱਟਦੀਆਂ ਰਹੀਆਂ ਔਰ ਅਸੀਂ 1 ਸਾਲ 'ਚ ਉਹ ਕਰ ਦਿੱਤਾ ਜੋ ਨਹੀਂ ਕਿਸੇ ਨੇ ਕੀਤਾ ਸੀ। 4-4.5 ਸਾਲ ਆਮ ਤੌਰ ਤੇ ਇੱਕ ਰਵਾਇਤ ਹੈ ਕਿ 4-4.5 ਸਾਲ ਸਰਕਾਰ ਬਣਨ ਤੋਂ ਬਾਅਦ ਸਰਕਾਰਾਂ ਸੁੱਤੀਆਂ ਰਹਿੰਦੀਆਂ ਨੇ, ਫਿਰ ਉਸ ਤੋਂ ਬਾਅਦ ਜਾ ਕੇ ਨੌਕਰੀ ਦੇਣਾ ਨੌਜਵਾਨਾਂ ਨੂੰ ਜਾਂ ਹੋਰ ਕੰਮ ਯਾਦ ਆਉਂਦੇ ਨੇ। ਅਸੀਂ ਪਹਿਲੇ ਸਾਲ ਕੀਤਾ ਹੈ। ਹਾਂਜੀ, ਥੈਂਕ ਯੂ ਗੌਰਵ ਜੀ। ਦੇਖੋ, ਪਹਿਲੀ ਗੱਲ ਤੇ ਹੈ ਕਿ ਇਸ ਵੇਲੇ ਹੁਣ 2-4 ਦਿਨ ਅੱਗੇ ਆਪਾਂ ਜਲੰਧਰ ਦੀ ਬਾਈ ਇਲੈਕਸ਼ਨ ਦੇ ਵਾਸਤੇ ਤੇ ਪੰਜਾਬ ਦੇ ਫਿਊਚਰ ਦੀਆਂ ਗੱਲਾਂ ਕਰਨੀਆਂ ਨੇ। ਤੇ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਸੀਰੀਅਸ ਕੰਟੈਂਡਰ ਹੈ ਹੀ ਨਹੀਂ, ਤੇ ਇਹਨਾਂ ਨੂੰ ਐਡਾ ਜ਼ਿਆਦਾ ਟਾਈਮ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਜੋ ਕਲੇਰ ਸਾਹਿਬ ਨੇ ਕਿਹਾ ਉਹਦੇ ਉੱਤੇ ਮੈਂ ਸਮਰਥਨ ਦਿੰਦਾ, ਜੋ ਢੀਂਗਰਾ ਸਾਹਿਬ ਨੇ ਕਿਹਾ ਉਹਦੇ ਉੱਤੇ ਵੀ ਸਮਰਥਨ ਦਿੰਦਾ। ਬਿਲਕੁਲ ਸਹੀ ਕਿਹਾ, ਇਹੋ ਗੱਲਾਂ ਨੇ। ਤੇ ਇਹਦੇ ਬਾਅਦ ਅਗਰ ਮੈਂ ਗਵਰਨਮੈਂਟ ਦੀ ਗੱਲ ਕਰਾਂ, ਗਵਰਨਮੈਂਟ ਦੇ ਤਰੀਕੇ ਨਾਲ ਗੱਲ ਕਰਾਂ, ਤੇ ਕਰਪਸ਼ਨ ਦੇ ਉੱਤੇ ਮੈਂ ਥੋੜਾ ਜਿਹਾ ਹੋਰ ਕਹਿਣਾ ਚਾਹੁੰਦਾ। ਇੱਕ ਤੇ ਇਹਨਾਂ ਨੇ ਗੱਲ ਕਰ ਦਿੱਤੀ ਹੈ ਜਿਹਦੇ ਬਾਰੇ ਕੋਈ ਕੁਝ ਹੋਇਆ ਨਹੀਂ, ਉਹ ਜਿਹੜਾ ਹੁਣ ਸੋਡੋਮੀ ਦਾ ਕੇਸ ਚੱਲ ਰਿਹਾ ਲਾਲ ਚੰਦ ਕਟਾਰੂ ਚੱਕ ਦਾ, ਉਹਦੇ ਬਾਰੇ ਤੇ ਸਾਰਾ ਕੁਝ ਹੀ ਭੁੱਲ ਗਏ। ਉਦੋਂ ਪਹਿਲੇ ਯਾਦ ਕਰੋ ਫੌਜਾ ਸਿੰਘ ਸਰਾਰੀ ਐਕਸਟੋਰਸ਼ਨ 2023, ਗੋਲਡੀ ਕੰਬੋਜ ਦਾ ਫਾਦਰ ਸੁਰਿੰਦਰ ਐਕਸਟੋਰਸ਼ਨ April 2022, ਵਿਜੇ ਸਿੰਗਲਾ ਜੁਲਾਈ 2022। ਇਹਦੇ ਬਾਰੇ ਕਿਉਂ ਨਹੀਂ ਗੱਲ ਕਰਦੇ ਕੇਜਰੀਵਾਲ ਸਾਹਿਬ ਕਿ ਇਹਨਾਂ ਦੇ ਬਾਰੇ ਕੀ ਹੋਇਆ, ਕਦੋਂ ਜਾਣਗੇ ਜੇਲ੍ਹ ਤੇ ਕਦੋਂ ਇਹ ਕਰਪਸ਼ਨ ਖਤਮ ਹੋਏਗੀ? ਦੇਖੋ, ਇੱਕ ਗੱਲ ਹੁੰਦੀ ਹੈ ਕਰਪਸ਼ਨ। ਹੁਣ ਸਾਡੇ ਪੰਜਾਬ ਦੇ ਵਿੱਚ ਓਵਰ ਐਂਡ ਅਬਵ ਕਰਪਸ਼ਨ, ਬਿਯੋਂਡ ਕਰਪਸ਼ਨ ਦੀ ਗੱਲ ਹੋ ਰਹੀ ਹੈ ਕਿ ਕਰਪਸ਼ਨ ਤੇ ਚੱਲਦੀ ਹੈ, ਉਹਦੇ ਨਾਲ ਐਕਸਟੋਰਸ਼ਨ ਵੀ ਚੱਲਦੀ ਹੈ, ਕ੍ਰਿਮੀਨਲ ਐਕਟੀਵਿਟੀ ਵੀ ਚੱਲਦੀ ਹੈ,
ਹਿਊਮਨ ਕੀ ਕਹਿੰਦੇ ਨੇ ਟ੍ਰੈਫਿਕਿੰਗ ਵੀ ਚੱਲਦੀ ਹੈ, ਸੋਡੋਮੀ ਵੀ ਚੱਲਦੀ ਹੈ, ਤੇ ਮਤਲਬ ਇਹ ਇਹਨਾਂ ਨੂੰ ਕੋਈ ਕੀ ਜਵਾਬ ਦੇ ਇੱਥੇ ਆ ਕੇ। ਤੇ ਉਹ ਇੱਕ ਕੇਜਰੀਵਾਲ ਸਾਹਿਬ ਚਲੋ ਬੜੇ ਵੱਡੇ ਆਦਮੀ ਨੇ, ਪਰ ਸਾਡੇ ਹਿਸਾਬ ਦੇ ਨਾਲ ਤੇ ਹੀ ਇਜ਼ ਜਸਟ ਚੀਫ ਮਿਨਿਸਟਰ ਇਕੁਅਲ ਟੂ ਅ ਮਿਊਨਿਸਿਪਲ ਕਾਉਂਸਲਰ। ਤੇ ਸਾਡੇ ਇੱਕ ਪੂਰੇ ਦੇਸ਼ ਦੇ ਪੂਰੇ ਇੱਕ ਸੂਬੇ ਦੇ ਚੀਫ ਮਿਨਿਸਟਰ ਨੂੰ ਥਾਪੀਆਂ ਮਾਰਦੇ ਨੇ। ਕਿਉਂ ਬਈ? ਇਹਨਾਂ ਨੂੰ ਤੇ ਹਜੇ ਹਾਇਰਾਰਕੀ ਵੀ ਨਹੀਂ ਪਤਾ ਕਿ ਇੱਕ ਪਾਰਟੀ ਦੇ ਵਿੱਚ ਹਾਇਰਾਰਕੀ ਕੀ ਹੋਣੀ ਚਾਹੀਦੀ ਹੈ ਤੇ ਕੀ ਗੱਲਾਂ ਕਰਨਗੇ। ਅਗਰ ਉਹਨਾਂ ਨੇ ਕਨਵੀਨਰ ਬਣਨਾ ਹੈ ਤੇ ਚੀਫ ਮਿਨਿਸਟਰ ਬਣਨਾ ਛੱਡ ਦੇਣ, ਫਿਰ ਆ ਕੇ ਥਾਪੀਆਂ ਮਾਰਨ, ਇਹ ਤਾਂ ਸਾਡੇ ਵਾਸਤੇ ਬੜੀ ਬੇਇੱਜ਼ਤੀ ਦੀ ਗੱਲ ਹੈ ਕਿ ਇੱਕ ਹਾਫ ਸਟੇਟ ਦਾ ਸੀਐਮ ਆ ਕੇ ਤੇ ਸਾਡੀ ਇੱਕ ਐਡੀ ਵੱਡੀ ਐਡੀ ਇੰਪੋਰਟੈਂਟ ਬਾਰਡਰ ਸਟੇਟ ਵਾਲੇ ਸੀਐਮ ਨੂੰ ਥਾਪੀਆਂ ਮਾਰਦਾ ਫਿਰ ਰਿਹਾ, ਕਹਿ ਰਿਹਾ ਕਿ ਇਹਨੇ ਬਹੁਤ ਚੰਗਾ ਕੰਮ ਕੀਤਾ। ਸਰਟੀਫਿਕੇਟ ਲੈਣਾ ਹੈ ਭਗਵੰਤ ਮਾਨ ਜੀ ਨੇ ਉਹਨਾਂ ਦੇ ਕੋਲੋਂ, ਤੇ ਭਗਵੰਤ ਮਾਨ ਜੀ ਨੂੰ ਵੀ ਇਹ ਨਹੀਂ ਮੰਨਣਾ ਚਾਹੀਦਾ। ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਤਾਰੀਫ ਕਰਨ ਦਾ ਕੋਈ ਹੱਕ ਨਹੀਂ ਬਣਦਾ? ਨਹੀਂ, ਕਿੱਦਾਂ ਬਣਦਾ? ਉਹ ਜਾਂ ਤੇ ਕਨਵੀਨਰ ਬਣ ਜਾਣ ਉੱਥੋਂ ਦੀ, ਕਨਵੀਨਰ ਤਾਂ ਹੈਗੇ ਨਾ ਸਰ, ਹੈਡ ਕੈਨ ਕਨਵੀਨਰ ਤਾਂ ਹੈਗੇ ਨੇ ਆਮ ਆਦਮੀ ਪਾਰਟੀ ਸਮਾਲਰ ਸਟੇਟ, ਐਜ਼ ਅ ਚੀਫ ਮਿਨਿਸਟਰ ਆਫ ਅ ਸਮਾਲਰ ਸਟੇਟ। ਉਹ ਸਾਡੇ ਚੀਫ ਮਿਨਿਸਟਰ ਦੀ ਬੇਇੱਜ਼ਤੀ ਕਿਉਂ ਕਰਦੇ ਨੇ? ਹੁਣ ਮੈਨੂੰ ਜਰਾ ਜਲੰਧਰ ਦੇ ਉੱਤੇ ਵੀ ਆ ਲੈਂਦੇ ਹੋ। ਜਲੰਧਰ ਜਿਹੜੇ ਜ਼ਿਆਦਾ ਇੰਪੋਰਟੈਂਟ ਹੈ, ਜਲੰਧਰ ਦੇ ਵਿੱਚ ਇਹਨਾਂ ਨੇ ਕਿਹਾ ਸੀ ਇਹ ਯੂਨੀਵਰਸਿਟੀ ਬਣਾਉਣਗੇ। ਕਿੱਥੇ ਗਈ ਸਪੋਰਟਸ ਯੂਨੀਵਰਸਿਟੀ? ਇਹ ਜਿਹੜੀ ਪੀਜੀਆਈ ਦੀ ਗੱਲ ਕਰ ਰਹੇ ਨੇ, ਪੀਜੀਆਈ ਕੀ ਇਹਨਾਂ ਕੋਲੋਂ ਤੇ ਹਸਪੀਟਲ ਵੀ ਨਹੀਂ ਉੱਥੇ ਬਣਨਾ। ਇਹਨਾਂ ਦਾ ਸਿਸਟਮ ਸਿਰਫ ਮੁਹੱਲਾ ਕਲੀਨਿਕ ਬਣਾਉਣ ਤੱਕ ਹੀ ਆ, ਹਸਪੀਟਲ ਕਿੱਥੋਂ ਦੀ ਬਣਾ ਦੇਣਗੇ। ਤੇ ਉੱਥੇ ਜਿਹੜੇ ਪਲਾਇਨ ਹੋ ਰਿਹਾ ਐਡਾ ਜ਼ਿਆਦਾ ਇੰਡਸਟਰੀ ਦਾ, ਐਮਐਸਐਮਈ, ਸਪੋਰਟਸ, ਲੈਦਰ, ਹੈਂਡ ਟੂਲਸ, ਉਹਦੇ ਬਾਰੇ ਇਹਨਾਂ ਨੇ ਕੀ ਕਹਿਣਾ ਹੈ? ਇਸ ਵੇਲੇ ਜਿਹੜਾ ਟਾਈਮ ਹੈ ਨਾ ਗੌਰਵ ਜੀ, ਇਹ ਟਾਈਮ ਹੈ ਮੰਡੀਆਂ ਦੇ ਵਿੱਚ ਸਾਰੀ ਸਾਡੀ ਵੀਟ ਉੱਥੇ ਪਿਆ ਹੋਇਆ ਹੈ, ਉਹਦੇ ਬਾਰੇ ਕਿਸੇ ਨੂੰ ਕੋਈ ਪਰਵਾਹ ਨਹੀਂ ਕਿ ਉਹ ਵੀਟ ਕਿਹੜੇ ਤਰੀਕੇ ਦੇ ਨਾਲ ਚੁੱਕਣਾ ਹੈ। ਇਹਨਾਂ ਦੇ 92 ਐਮਐਲਏ ਆਪਣੇ ਆਪਣੇ ਹਲਕੇ 'ਚ ਜਾ ਕੇ ਵੀਟ ਨੂੰ ਚੁਕਾਉਣੇ ਚਾਹੀਦੇ ਨੇ। ਰੋਜ਼ ਇਹ ਗੱਲ ਆ ਰਹੀ ਹੈ ਕਿ ਵੀਟ ਦੀ ਜਿਹੜੀ ਲਿਫਟਿੰਗ ਹੈ ਉਹ ਬਿਹਾਈਂਡ ਸ਼ਡਿਊਲ ਚੱਲ ਰਹੀ ਹੈ। ਉੱਤੋਂ ਦੀ ਪਾਣੀ ਆ ਗਿਆ, ਪਾਣੀ ਦੇ ਨਾਲ ਵੀਟ ਖਰਾਬ ਹੋ ਗਿਆ। ਇਹਨਾਂ ਨੂੰ ਉਸ ਚੀਜ਼ ਦੀ ਕੋਈ ਪਰਵਾਹ ਨਹੀਂ ਹੈ। ਸੋ ਛੱਡੋ ਇਹਨਾਂ ਦੇ ਬਾਰੇ। ਮੈਂ ਤੇ ਕਹਿੰਦਾ ਕਿ ਜਲੰਧਰ ਦੇ ਲੋਕਾਂ ਨੂੰ ਬੜਾ ਸੋਚ ਸਮਝ ਕੇ ਹੁਣ ਆਪਣੀ ਵੋਟ ਪਾਣੀ ਚਾਹੀਦੀ ਹੈ ਕਿ ਕੌਣ ਉਹਨਾਂ ਦੇ ਵਾਸਤੇ ਕੰਮ ਕਰ ਸਕਦਾ ਹੈ। ਕਾਂਗਰਸ ਪਾਰਟੀ ਜਦੋਂ ਕਰ ਸਕਦੀ ਸੀ ਉਦੋਂ ਤੇ ਕੀਤਾ ਨਹੀਂ। ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਸੰਤੋਖ ਸਿੰਘ ਚੌਧਰੀ ਜੀ ਦੇ ਵਾਸਤੇ, ਹੀ ਇਜ਼ ਅ ਡਿਮਾਈਸ। ਬਹੁਤ ਅਫਸੋਸ ਦੀ ਗੱਲ ਹੈ ਕਿ ਉਹਨਾਂ ਦੀ ਡੈਥ ਹੋ ਗਈ। ਮੈਂ ਕਾਂਗਰਸ ਪਾਰਟੀ ਦਾ ਕਹਾਂ ਜਦੋਂ ਕਰ ਸਕਦੀ ਸੀ ਉਦੋਂ ਤੇ ਕੀਤਾ ਨਹੀਂ। ਉਦੋਂ ਕੀ ਕੀਤਾ? ਉਦੋਂ ਮੈਟ੍ਰਿਕ ਦਾ ਸਕਾਲਰਸ਼ਿਪ ਦਾ ਸਕੈਮ ਕਰ ਦਿੱਤਾ। ਹੁਣ ਉੱਥੇ ਕੁਝ ਕਰ ਨਹੀਂ ਸਕਦੀ ਹੈ ਤੇ ਕਾਹਦੇ ਵਾਸਤੇ ਉੱਥੇ? ਨਾ ਇਹਨਾਂ ਦੇ ਕੋਲ ਸੈਂਟਰ ਦੇ ਵਿੱਚ ਗਵਰਨਮੈਂਟ, ਨਾ ਇਹਨਾਂ ਦੇ ਕੋਲ ਸਟੇਟ ਦੇ ਵਿੱਚ ਗਵਰਨਮੈਂਟ। ਤੇ ਉਹ ਲੇਡੀ ਨੂੰ ਉਹਨਾਂ ਦੇ ਹਸਬੈਂਡ ਦੀ ਡਿਵਾਈਸ ਹੋਈ ਆ, ਉਹਨਾਂ ਨੂੰ ਚੱਕ ਕੇ ਸਿੰਪਥੀ ਵੋਟ ਲੈਣ ਵਾਸਤੇ ਉੱਥੇ ਜਾ ਕੇ ਖੜੇ ਹੋ ਗਏ ਨੇ। ਤੇ ਇਹ ਮਤਲਬ ਆਈ ਡੋਂਟ ਥਿੰਕ ਇਟ ਇਜ਼ ਅ ਵੈਰੀ ਰਾਈਟ ਥਿੰਗ ਟੂ ਡੂ। ਮਤਲਬ ਤੁਹਾਨੂੰ ਲੱਗਦਾ ਕਿ ਐਂਟੀ ਇਨਕੰਬੈਂਸੀ ਕਾਂਗਰਸ ਦੇ ਲਈ ਵੀ ਹੋਏਗੀ ਜਲੰਧਰ? ਮੈਂ ਕਹਿੰਦਾ ਕਿ ਜਲੰਧਰ ਦੇ ਵਿੱਚ ਉਸ ਬੰਦੇ ਨੂੰ ਵੋਟ ਦਿਓ ਜਿਹੜਾ ਕੁਝ ਕਰ ਸਕਦਾ ਹੈ, ਜਿਹੜਾ ਜਲੰਧਰ ਦੇ ਵਾਸਤੇ ਸਮਾਰਟ ਸਿਟੀ ਬਣਾ ਸਕਦਾ ਹੈ, ਜਿਹੜਾ ਜਲੰਧਰ ਦੇ ਵਾਸਤੇ ਸੈਂਟਰਲ ਸਕੀਮਸ ਲੈ ਕੇ ਆ ਸਕਦਾ ਹੈ, ਜਿਹੜਾ ਜਲੰਧਰ ਦੀ ਡਿਵੈਲਪਮੈਂਟ ਦੇ ਵਾਸਤੇ ਫੰਡਸ ਉੱਥੇ ਦੇ ਸਕਦਾ ਹੈ। ਉਹਨਾਂ ਦੇ ਵੱਲ ਵੋਟਰਸ ਨੂੰ ਦੇਖਣਾ ਚਾਹੀਦਾ ਤੇ ਉਹ ਸਿਰਫ ਬੀਜੇਪੀ ਹੈ। ਠੀਕ ਹੈ ਪਾਸੀ ਸਾਹਿਬ, ਮੈਂ ਸ਼ੁਰੂਆਤ ਉਸੇ ਪੁਆਇੰਟ ਤੋਂ ਕਰਦਾ ਹਾਂ ਜਿਹੜੇ ਵੱਖ-ਵੱਖ ਤੁਸੀਂ ਆਪਣੇ ਵਿਰੋਧੀਆਂ ਨੂੰ ਸੁਣਿਆ ਤਾਂ ਉਹ ਕਹਿੰਦੇ ਨੇ, ਉਹਨਾਂ ਨੇ ਇੱਕ ਲਿਸਟ ਗਿਣਵਾ ਦਿੱਤੀ ਕਿ ਕੁਝ ਮਰਡਰਸ ਹੋਏ ਨੇ ਪੰਜਾਬ ਦੇ ਵਿੱਚ, ਵੱਖ-ਵੱਖ ਚੀਜ਼ਾਂ ਹੋਈਆਂ ਨੇ, ਤੁਸੀਂ ਉਹਨਾਂ ਦਾ ਜ਼ਿਕਰ ਨਹੀਂ ਕਰਦੇ। ਤੁਸੀਂ ਮੁਹੱਲਾ ਕਲੀਨਿਕ ਦਾ ਜ਼ਿਕਰ ਕਰ ਰਹੇ ਹੋ, ਉਸ ਦੇ ਉੱਪਰ ਵੀ ਕੁਐਸਚਨ ਮਾਰਕ ਲਿਆ ਕੇ ਖੜਾ ਕਰ ਦਿੱਤਾ। ਦੇਖੋ ਮੈਂ ਨਾ ਇਹ ਆਪਣੇ ਜਿਹੜਾ ਇਹਨਾਂ ਨੂੰ ਮੈਂ ਚਾਹੂੰਗਾ ਕਿ ਹੁਣ ਇੰਟਰਪਟ ਨਾ ਕਰਨ, ਕਿਉਂਕਿ ਜਦੋਂ ਮੈਂ ਇਹਨਾਂ ਦੇ ਚੱਜ ਖੋਲਣੇ ਆ ਨਾ ਤਾਂ ਇਹਨਾਂ ਨੇ ਇੰਟਰਪਸ਼ਨ ਸ਼ੁਰੂ ਕਰ ਦੇਣੀ ਹੈ। ਇਹਨਾਂ ਦੀ ਬੜੀ ਪੁਰਾਣੀ ਆਦਤ ਹੈ। ਸੋ ਮੈਂ ਆਸ ਰੱਖੂੰਗਾ ਛੋਟਾ ਜਵਾਬ ਰੱਖਿਓ ਤਾਂ ਕਿ ਆਪਾਂ ਸਾਰਿਆਂ ਤੋਂ ਨਾਲ ਤੁਹਾਡਾ ਰਿਐਕਸ਼ਨ ਲੈ ਸਕਾਂਗੇ। ਛੋਟਾ ਜਵਾਬ ਰੱਖਿਓ ਜੀ। ਛੋਟਾ ਨਹੀਂ, ਪਹਿਲੂ ਮੈਨੂੰ ਇਹਨਾਂ ਦੀ ਇੱਕ ਗੱਲ ਦਾ ਜਵਾਬ ਦੇ ਲੈਣ ਦਿਓ। ਮੇਰੀ ਰਿਕੁਐਸਟ ਕਿ ਮੈਨੂੰ ਇਹ, ਕਿਉਂਕਿ ਸਾਰਾ ਪੰਜਾਬ ਦੇਖ ਰਿਹਾ ਤੇ ਇਹ ਦੇਖੋਗੇ ਕਿ ਤੁਸੀਂ ਇਹਨਾਂ ਦੀ ਇੰਟਰਪਸ਼ਨ ਸ਼ੁਰੂ ਹੋਣੀ ਹੈ, ਕਿਉਂਕਿ ਜਦੋਂ ਮੈਂ ਇਹਨਾਂ ਦੀ ਨਹੀਂ ਤੁਸੀਂ ਕਰੋ ਨਾ, ਕੰਪਲੀਟ ਕਰੋ ਸਰ। ਤੁਸੀਂ ਆਪਣੀ ਗੱਲ ਰੱਖੋ, ਟਾਈਮ ਨਾ ਖਰਾਬ ਹੋਵੇ। ਕਾਂਗਰਸ ਔਰ ਅਕਾਲੀ ਦਲ ਔਰ ਉਸ ਤੋਂ ਇਲਾਵਾ ਬੀਜੇਪੀ ਔਰ ਅਕਾਲੀ ਦਲ ਪਲੱਸ ਜਿਹੜਾ ਉਸ ਤੋਂ ਬਾਅਦ ਕਾਂਗਰਸ ਆ ਗਈ, ਇਹਨਾਂ ਦੀ ਮੈਂ ਇੱਕੋ ਚੀਜ਼ 'ਚ ਜਵਾਬ ਦਊਂਗਾ ਕਿ ਲੰਬੀ ਫੇਂਕ ਕੇ ਵਿਰੋਧੀ ਸ਼ੋਰ ਮਚਾ ਰਹੇ ਨੇ, ਪੰਜਾਬ ਨੂੰ ਬਰਬਾਦ ਕਰਨ ਵਾਲੇ ਮਗਰਮੱਛ ਦੇ ਹੰਝੂ ਬਹਾ ਰਹੇ ਨੇ। ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਪਹਿਲੀ ਚੀਜ਼ ਇਹ ਕਹਿੰਦੇ ਆ ਜੀ ਮਰਡਰਸ ਹੋਏ। ਅਕਾਲੀ ਦਲ ਦੀ ਸਰਕਾਰ ਨੂੰ ਮੈਂ ਯਾਦ ਕਰਾ ਦਿੰਦਾ, ਤੁਹਾਡੇ ਟਾਈਮ 'ਚ ਟਾਰਗੇਟ ਕਿਲਿੰਗਸ ਹੋਈਆਂ। 2016 'ਚ 700 ਤੋਂ ਉੱਪਰ ਮਰਡਰ ਹੋਏ। ਕਾਂਗਰਸ ਦੇ ਸਮੇਂ 2021 'ਚ 857 ਮਰਡਰ ਹੋਏ। ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ। ਦੂਜੀ ਚੀਜ਼, ਇਹ ਜਿਹੜੀਆਂ ਗੱਲਾਂ ਕਰ ਰਹੇ ਆ ਕਿ ਆਮ ਆਦਮੀ ਪਾਰਟੀ ਨੇ ਇਹ ਨਹੀਂ ਕੀਤਾ, ਉਹ ਨਹੀਂ ਕੀਤਾ, ਜਿਹੜੀ ਵੀਡੀਓ ਅੱਜ ਤੱਕ ਤੁਸੀਂ ਨਹੀਂ ਦੇਖੀ, ਮੈਂ ਨਹੀਂ ਦੇਖੀ, ਆ ਜਿਹੜੇ ਰੋਲਾ ਪਾ ਰਹੇ ਆ ਇਹਨਾਂ ਨੇ ਨਹੀਂ ਦੇਖੀ, ਉਹਦੇ ਉੱਤੇ ਕਿੰਤੂ ਪਰੰਤੂ ਕਰਨ ਦਾ ਨਾ ਇਹਨਾਂ ਨੂੰ ਹੱਕ ਹੈ ਨਾ ਮੈਨੂੰ ਹੱਕ ਹੈ। ਤੀਸਰੀ ਚੀਜ਼, ਅੱਜ ਮੈਂ ਤੁਹਾਡੇ ਚੈਨਲ ਤੋਂ ਸਾਰਾ ਪੰਜਾਬ ਸੁਣ ਰਿਹਾ ਹੈ, ਇਹ 10 ਤਰੀਕ ਤੱਕ ਇਹਨਾਂ ਨੇ ਝੂਠਾ ਸ਼ੋਰ ਮਚਾਣਾ ਹੈ। 10 ਤਰੀਕ ਤੋਂ ਬਾਅਦ ਕਿਸੇ ਦਾ ਜ਼ਿਕਰ ਨਹੀਂ ਹੋਣਾ। ਕਾਰਨ ਕਿ ਇਹ ਹਮੇਸ਼ਾ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਂਦੇ ਆਏ ਆ, ਅੱਜ ਵੀ ਇਹੀ ਰਾਜਨੀਤੀ ਖੇਡ ਰਹੇ ਆ। ਚੌਥੀ ਚੀਜ਼,
ਇਹ ਮੁਹੱਲਾ ਕਲੀਨਿਕਾਂ ਦੀ ਗੱਲ ਕਰ ਰਹੇ, ਇਹਨਾਂ ਨੂੰ ਇਹੀ ਨਹੀਂ ਪਤਾ ਕਿ ਮੁਹੱਲਾ ਕਲੀਨਿਕਾਂ ਦਾ ਕਨਸੈਪਟ ਕੀ ਹੈ। ਇਹ 25 ਲੱਖ ਦਾ ਅੰਕੜਾ, ਇਹ ਸਰਕਾਰੀ ਅੰਕੜਾ ਹੈ। ਇਹ ਇਸ ਤੋਂ ਵੀ ਕੀ ਕਹਿਣਗੇ? ਨਹੀਂ ਜੀ, ਜਿਹੜਾ ਬੀਜੇਪੀ ਵਾਲੇ ਮੇਰੇ ਭਰਾ ਬੋਲ ਕੇ ਗਏ, ਮੈਂ ਸਭ ਤੋਂ ਪਹਿਲਾਂ ਇੱਥੋਂ ਸਟਾਰਟ ਕਰਦਾ। ਕਿਸਾਨਾਂ ਦੀ ਵਿਰੋਧੀ ਪਾਰਟੀ ਹੈ ਬੀਜੇਪੀ। 700 ਤੋਂ ਉੱਤੇ ਕਿਸਾਨ, ਇਹਨਾਂ ਦੀ ਗਲਤ ਨੀਤੀਆਂ ਕਾਰਨ ਉਹਨਾਂ ਦੀ ਡੈਥ ਹੋਈ, ਤੇ ਹੁਣ ਵੀ ਕੀ ਕੀਤਾ? ਸਾਡੇ ਤੇ ਕੁਦਰਤ ਦੀ ਮਾਰ ਪਈ। ਅਸੀਂ ਪੰਜਾਬ ਸਰਕਾਰ ਨੇ ਕਿਹਾ ਸੀ ਮੁਆਵਜ਼ਾ ਦੇ ਰਹੇ ਹਾਂ, 15 ਦਿਨਾਂ ਦੇ ਵਿੱਚ ਇਹਨਾਂ ਨੇ ਕਟੌਤੀ ਕੀਤੀ, ਉਹ ਵੀ ਅਸੀਂ ਦੇ ਰਹੇ ਹਾਂ। ਕਹਿੰਦੇ ਲਿਫਟਿੰਗ ਨਹੀਂ ਹੋ ਰਹੀ, ਉਹ ਕਹਿੰਦੇ ਲਿਫਟਿੰਗ ਨਹੀਂ ਹੋ ਰਹੀ। ਤੁਹਾਡੇ ਸਾਰੇ ਐਮਐਲਏ ਜਲੰਧਰ 'ਚ ਲੱਗੇ ਹੋਏ ਨੇ। ਸਰ ਬਿਲਕੁਲ ਗਲਤ, ਇਹ ਵੀ ਗੁੰਮਰਾਹਕੁਨ ਪ੍ਰਚਾਰ ਹੈ। 30 ਅਪ੍ਰੈਲ ਤੱਕ 100.76 ਲੱਖ ਮੀਟ੍ਰਿਕ ਟਨ ਕਣਕ ਆਈ ਸੀ। ਅੰਕੜਾ ਚੈੱਕ ਕਰ ਲਓ, ਜਿਸ ਵਿੱਚੋਂ 99.56 ਲੱਖ ਮੀਟ੍ਰਿਕ ਟਨ ਨਾਲ ਦੀ ਨਾਲ ਪ੍ਰਕਿਉਰ ਹੋ ਗਈ, ਜੋ ਕਿ 99% ਦੇ ਕਰੀਬ ਬਣਦਾ ਹੈ। ਔਰ ਇਹ ਸਿਰਫ ਇੱਕ ਗੁੰਮਰਾਹ ਕਰ ਰਹੇ ਹੈ, ਇਹ ਨਹੀਂ ਕੀਤਾ। ਕਾਰਨ ਇੱਕ ਚੀਜ਼ ਹੋਰ ਦੇਖੋ, ਇਹਨਾਂ ਦੀ ਟਿਊਨਿੰਗ ਦੇਖੋ, ਕਾਰਨ ਹੈ ਇਹਦਾ। ਕਾਰਨ ਇਹਨਾਂ ਨੂੰ ਪਤਾ ਹੈ ਕਿ ਜਿਹੜਾ ਇਹਨਾਂ ਨੇ ਜੱਦੀ ਪੁਸ਼ਤੀ ਰਾਜ ਚਲਾਇਆ ਹੋਇਆ ਸੀ ਨਾ ਪੰਜਾਬ 'ਚ, ਆਪਸ 'ਚ ਬਾਰੀਆਂ ਵੰਡ ਕੇ, ਕਿ ਇਸ ਵਾਰੀ ਤੁਸੀਂ ਲੁੱਟੋਗੇ, ਅਗਲੇ ਵਾਰੀ ਅਸੀਂ ਲੁੱਟੋਗੇ, ਉਹ ਇਹਨਾਂ ਨੂੰ ਟੈਨਸ਼ਨ ਹੋ ਗਈ ਕਿ ਆਮ ਆਦਮੀ ਪਾਰਟੀ ਕਿੱਥੋਂ ਆ ਗਈ। ਇਹਨਾਂ ਨੇ ਚਲੋ ਆਪਾਂ ਜਵਾਬ ਲੈ ਲਈਏ ਸਰ, ਆਪਾਂ ਨਾਲ ਰੱਖੀਏ, ਜਵਾਬ ਲੈ ਲਈ। ਆਪਾਂ ਜਵਾਬ ਲੈ ਸਰ। ਪਾਸੀ ਸਾਹਿਬ, ਕਲੇਰ ਜੀ ਕੁਝ ਕਹਿਣਾ ਚਾਹ ਰਹੇ ਨੇ। ਮੈਂ ਕਿੰਗਰਾ ਸਾਹਿਬ ਤੁਹਾਡੇ ਕੋਲ ਆ ਰਹੇ ਹਾਂ। ਕਲੇਰ, ਮੈਂ ਨਾ ਗੌਰਵ ਜੀ ਪਹਿਲਾਂ ਤਾਂ ਬੇਨਤੀ ਕਰਦਾ ਕਿ ਜਿਹੜਾ ਕੰਪਲੇਨੈਂਟ ਵਿਚਾਰਾ ਸਵੇਰ ਦਾ ਚੈਨਲਾਂ ਤੇ, ਸ਼ਾਇਦ ਪਾਸੀ ਸਾਹਿਬ ਨੇ ਉਹਦੀ ਵੀਡੀਓ ਨਹੀਂ ਦੇਖੀ, ਉਹ ਤਾਂ ਆਪਣਾ ਹਾਲਾਤ ਬੋਲ ਕੇ ਦੱਸ ਰਿਹਾ। ਉਹ ਤਾਂ ਚੈਲੰਜ ਕਰ ਰਿਹਾ ਕਿ ਮੇਰੇ ਨਾਲ ਮੰਤਰੀ ਨੇ ਆਹ ਕੁਝ ਕੀਤਾ। ਪਾਸੀ ਸਾਹਿਬ ਨੂੰ ਉਹ ਵੀਡੀਓ ਭੇਜ ਦਿਓ, ਸ਼ਾਇਦ ਇਹਨਾਂ ਨੇ ਨਹੀਂ ਦੇਖੀ, ਕਚਹਿਰੀ 'ਚ ਬਿਜ਼ੀ ਹੋਣਗੇ ਸਵੇਰ ਦੇ। ਔਰ ਦੂਸਰੀ ਗੱਲ, ਕਦੇ ਪੰਜਾਬ 'ਚ ਪਹਿਲਾਂ 70 ਸਾਲਾਂ 'ਚ ਇਹ ਨਹੀਂ ਸੀ ਹੋਇਆ ਕਿ ਮੁੱਖ ਮੰਤਰੀ ਦੇ ਦਫ਼ਤਰ 'ਚੋਂ ਸਿਕਿਉਰਿਟੀ ਡਿਟੇਲਾਂ ਲੀਕ ਕਰਕੇ ਮੁੱਖ ਮੰਤਰੀ ਦਾ ਐਡਵਾਈਜ਼ਰ ਤੇ ਜਿਹੜੀ ਉਹ ਦਿੱਲੀੋਂ ਲਿਆ ਕੇ ਆਈ ਊਸ਼ੀ ਬਿਠਾਈ ਹੈ, ਉਹ ਲੀਕ ਕਰ ਦੇਣ। ਉਹਦੇ ਮਾਤਾ ਪਿਤਾ ਅੱਜ ਵੀ ਜਲੰਧਰ ਦੀਆਂ ਸੜਕਾਂ ਤੇ ਫਿਰ ਰਹੇ ਨੇ। ਦਿਓ ਇਨਸਾਫ, ਦਿਓ ਊਸ਼ੀ ਤੇ ਪਰਚਾ 302 ਦਾ, ਦਿਓ ਪਟਿਆਲੇ ਵਾਲੇ ਐਡਵਾਈਜ਼ਰ ਤੇ ਪਰਚਾ 302 ਦਾ। ਉੱਥੇ ਆ ਕੇ ਚੁੱਪ ਹੋ ਜਾਂਦੇ ਆ, ਕਿਉਂਕਿ ਪਤਾ ਹੈ ਪਾਸੀ ਸਾਹਿਬ, ਦਿੱਲੀ ਸਾਹਮਣੇ ਤਾਂ ਆਪਾਂ ਬੋਲ ਨਹੀਂ ਸਕਦੇ। ਮੈਨੂੰ ਤੁਸੀਂ ਸਿੱਧਾ ਜਵਾਬ ਦੇ ਦਿਓ, ਕੇਜਰੀਵਾਲ ਆ ਕੇ ਜਵਾਬ ਦੇ ਦੇ। ਪੰਜਾਬ ਦੀ ਰਾਜਨੀਤੀ ਤੁਸੀਂ 3 ਅਹਿਮ ਮੁੱਦਿਆਂ ਦੇ ਆਲੇ ਦੁਆਲੇ ਘੁਮਾਈ। ਪਹਿਲਾ ਤੁਸੀਂ ਕਿਹਾ ਪੰਜਾਬ ਦੇ ਵਿੱਚ ਨਸ਼ਾ, ਦੂਜਾ ਬੇਅਦਬੀਆਂ, ਤੀਜੀ ਕਰਪਸ਼ਨ। ਨਸ਼ੇ ਦੇ ਨਾਂ ਤੇ ਅੱਜ ਵੀ ਕਿੰਨੇ ਚੈਨਲ ਸਟਿੰਗ ਕਰਦੇ। ਮੈਂ ਪਹਿਲਾਂ ਵੀ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਘਰ ਘਰ ਪਹੁੰਚ ਗਿਆ। ਪੰਜਾਬ ਦੇ ਗਵਰਨਰ ਸਾਹਿਬ ਨੇ ਡੀਜੀਪੀ ਤੇ ਚੀਫ ਸੈਕਟਰੀ ਦੀ ਹਾਜ਼ਰੀ 'ਚ ਕਿਹਾ ਕਿ ਸਕੂਲਾਂ ਤੱਕ ਪਹੁੰਚ ਗਿਆ। ਦੂਜਾ ਬੇਅਦਬੀਆਂ, ਬੇਅਦਬੀਆਂ ਜਿਹੜੀਆਂ ਪਾਰਟੀਆਂ ਨੂੰ ਤੁਸੀਂ ਨਿੰਦਿਆ, ਤੁਹਾਡੇ ਮੁੱਖ ਮੰਤਰੀ ਨੇ ਖੜੇ ਹੋ ਕੇ ਚਲਾਨ ਪੇਸ਼ ਕੀਤਾ। ਨਾ ਤਾਂ ਉਹ ਪਾਰਟੀਆਂ ਦਾ ਨਾਂ ਹੈ, ਨਾ ਕਿਸੇ ਪੋਲੀਟੀਕਲ ਬੰਦੇ ਦਾ ਨਾਂ ਹੈ। ਉਲਟਾ ਤੁਹਾਡੀ ਸਰਕਾਰ ਦੇ ਵਿੱਚ ਹਰ ਰੋਜ਼ ਬੇਅਦਬੀ ਹੁੰਦੀ ਹੈ। ਗੁਰਦਾਸਪੁਰ, ਮਰਿੰਡੇ, ਕੀ ਤੁਸੀਂ ਬੇਅਦਬੀਆਂ ਦਾ ਰੂਟ ਕਾਜ਼ ਐਡਰੈਸ ਕਰਤਾ? ਤੀਜਾ ਸੀ ਕਰਪਸ਼ਨ। ਕਰਪਸ਼ਨ ਤਾਂ ਤੁਸੀਂ ਆਪ ਮੰਨੀ। ਵਿਜੇ ਸਿੰਗਲਾ ਦੀ ਆਡੀਓ ਮੁੱਖ ਮੰਤਰੀ ਨੇ ਜਿਹੜੀ ਦਿਖਾਈ ਨਹੀਂ, ਉਹ ਰਿਕਾਰਡ ਕੀਤੀ। ਸਰਾਰੀ ਸਾਹਿਬ ਦੀ ਗੱਦੀ ਤਾਂ ਹੀ ਗਈ ਨਾ ਕਿ ਉਹ ਕਰਪਸ਼ਨ ਕਰਦੇ ਸੀ। ਅਮਿਤ ਰਤਨ ਤਾਂ ਹੀ ਜੇਲ੍ਹ 'ਚ ਹੈ ਕਿ ਉਹ ਕਰਪਸ਼ਨ ਕਰਦਾ ਸੀ। ਜਲਾਲਾਬਾਦ ਵਾਲੇ ਐਮਐਲਏ ਦੇ ਪਿਤਾ ਜੀ, ਉਹ ਤਾਂ ਕੁੜੀਆਂ ਭੇਜ ਕੇ ਪੈਸਾ ਇਕੱਠਾ ਕਰ ਰਹੇ ਨੇ। ਇਹ ਕਿਹੜਾ ਬਦਲਾਅ ਹੈ? ਤੇ ਹੁਣ ਸਡੌਮੀ। ਸੋ ਤੁਸੀਂ ਜਵਾਬ ਲੈ ਲਓ। ਕਲੇਰ ਸਾਹਿਬ ਛੋਟਾ ਰੱਖੀਏ, ਬਾਕੀ ਸਾਰੇ ਮਹਿਮਾਨ ਬਾਕੀ ਹਵਾਈ ਕਿਉਂ ਨਾ ਕਰੋ। ਠੀਕ ਹੈ ਪਾਸੀ ਸਾਹਿਬ, ਛੋਟਾ ਜਵਾਬ ਰੱਖਿਓ। ਹਾਂ ਬਿਲਕੁਲ। ਪਹਿਲੀ ਚੀਜ਼, ਇਹਨਾਂ ਨੇ ਨਸ਼ੇ ਦੀ ਗੱਲ ਕੀਤੀ ਹੈ, ਤਾਂ ਨਸ਼ਾ ਅਕਾਲੀ ਦਲ ਬੀਜੇਪੀ ਦੀ ਦੇਣ ਹੈ। ਤੁਹਾਡੇ ਸਮੇਂ ਦੇ ਵਿੱਚ ਤੁਹਾਡੀਆਂ ਫੈਕਟਰੀਆਂ, ਤੁਹਾਡੇ ਲੀਡਰਾਂ ਦੀ ਗੱਲਾਂ ਆਉਂਦੀਆਂ ਰਹੀਆਂ। ਨਸ਼ਾ ਅਗਰ ਪੰਜਾਬ ਦੇ ਵਿੱਚ ਸਿੰਥੈਟਿਕ ਨਸ਼ਾ ਆਇਆ ਤਾਂ ਉਹਦੇ ਉੱਤੇ ਇੱਕ ਲੇਟੈਸਟ ਹੁਣੇ 4 ਦਿਨ ਪਹਿਲਾਂ ਰਿਪੋਰਟ ਆਈ ਹੈ। ਤੁਹਾਡੇ ਸਮੇਂ ਦੇ ਵਿੱਚ ਨਸ਼ਾ ਆਇਆ ਔਰ ਉਹਦੇ ਉੱਤੇ ਪੂਰੀ ਪਾਸੀ ਸਾਹਿਬ ਰਿਪੋਰਟ ਪੜੋ, ਪਾਸੀ ਸਾਹਿਬ ਰਿਪੋਰਟ ਪੜੋ, ਵਕੀਲੋ, ਇੱਕ ਇੱਕ ਕਰਕੇ ਸਰ, ਇੱਕ ਇੱਕ ਕਰ। ਉਹਦੇ 'ਚ ਕਿਸੇ ਦਾ ਨਾਂ ਨਹੀਂ ਮੇਰਾ ਵੀਰ। ਫੇਰ ਝੂਠ, ਫੇਰ ਝੂਠ ਬੋਲੋ। ਰਿਪੋਰਟ ਤੁਸੀਂ ਪੜ੍ਹੀ ਹੈ ਜਾਂ ਨਹੀਂ ਪੜ੍ਹੀ, ਪਰ ਰਿਪੋਰਟ ਤਾਂ ਕਹਿੰਦੀ ਕਿਸੇ ਦਾ ਨਾਂ ਹੀ ਨਹੀਂ। ਤੁਸੀਂ ਤਾਂ ਕਿਸੇ ਦੀ ਕਾਰਵਾਈ ਨਹੀਂ ਕਰ ਸਕੇ। ਸੋ ਕਿਉਂ ਝੂਠ ਬੋਲਦੇ ਆਪਾਂ ਪੰਜਾਬ ਨੂੰ? ਕਿੰਨਾ ਝੂਠ ਬੋਲਣਾ? ਠੀਕ ਹੈ ਕਲੇਰ ਸਾਹਿਬ, ਇੱਕ ਵਾਰੀ ਕੰਪਲੀਟ ਹੋ ਲੈਣ ਦਿਓ, ਇੱਕ ਵਾਰੀ ਕੰਪਲੀਟ ਹੋ ਲੈਣ ਦਿਓ। ਸਾਰਿਆਂ ਕੋਲ ਜਾਣਾ ਆਪਾਂ। ਪਾਸੀ ਕੰਪਲੀਟ ਕਰੋ ਪਲੀਜ਼। ਤੁਸੀਂ ਗੱਲਾਂ ਕਰਦੇ ਹੋ, ਤੁਸੀਂ ਪੰਜਾਬ ਦਾ ਸਭ ਤੋਂ ਵੱਧ ਘਾਣ ਕੀਤਾ ਹੈ ਤਾਂ ਅਕਾਲੀ ਬੀਜੇਪੀ ਦੀ ਸਰਕਾਰ, ਔਰ ਫਿਰ ਉਸ ਤੋਂ ਬਾਅਦ ਕਾਂਗਰਸ ਨੇ। ਤੁਸੀਂ ਬੇਅਦਬੀਆਂ ਦੀ ਗੱਲ ਕਰਦੇ ਹੋ। ਤੀਸਰੀ ਚੀਜ਼ ਕਰਪਸ਼ਨ ਦੀ, ਤੁਸੀਂ ਤੁਹਾਡੇ ਜਰਮੇਜਾ ਸਿੰਘ, ਸਰਨਜੀਤ ਢਿੱਲੋਂ, ਤੁਹਾਡੇ ਲੀਡਰ ਨੂੰ ਵੇਟ ਕਰੋ ਇੱਕ ਵਾਰੀ ਕਲੀਅਰ ਹੋ ਲੈਣ ਦਿਓ ਇੱਕ ਵਾਰੀ। ਹਾਂ, ਤੁਸੀਂ ਅੱਜ ਦੱਸੋ, ਤੁਸੀਂ ਮੰਨੇ ਨਾ ਵਿਜੇ ਸਿੰਗਲਾ? ਪਾਸੀ ਸਾਹਿਬ ਥੋੜਾ ਜਿਹਾ, ਅਮਿਤ ਰਤਨ, ਕਲੇਰ ਜੀ ਥੋੜਾ ਜਿਹਾ ਵੇਟ ਕਰੋ। ਐਵੇਂ ਸਾਰਿਆਂ ਦੀ ਗੱਲ ਨਹੀਂ ਹੋ ਪਾਏਗੀ। ਮੈਂ ਉਹੀ ਕਹਿ ਰਿਹਾ, ਇੱਕ ਤਾਂ ਜਲੰਧਰ ਤੇ ਫੋਕਸ ਰਹੀਏ। ਠੀਕ ਹੈ, ਜਲੰਧਰ ਤੇ ਫੋਕਸ ਕਰਨ, ਜਵਾਬ ਦੇਣ। ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਨਸ਼ਾ ਵਿਕ ਰਿਹਾ ਹੈ। ਮੈਂ ਉਹੀ ਕਹਿ ਰਿਹਾ ਕਿ ਸਾਰੇ ਆਪਸ ਦੇ ਵਿੱਚ ਮਿਲੇ ਹੁੰਦੇ ਨੇ ਜਵਾਬ ਤਾਂ। ਪਾਸੀ ਕੰਪਲੀਟ ਕਰੋ ਸਰ, 10 ਸੈਕਿੰਡਸ ਦੇ ਵਿੱਚ ਕੰਪਲੀਟ ਕਰੋ ਤੁਸੀਂ ਪਲੀਜ਼। ਜਦੋਂ ਮੈਂ ਇਹਨਾਂ ਦੇ ਚੱਜ ਖੋਲਣੇ ਆ, ਮੈਨੂੰ ਪਤਾ ਸੀ
ਇਹਨਾਂ ਕੋਲ ਇੰਟਰਪਸ਼ਨ ਇੱਕ ਡਰਾਮਾ ਰਹਿ ਜਾਂਦਾ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਇਹ ਨਹੀਂ ਦੇਖਦੀ ਬ੍ਰੈਕਟ ਦੇ ਵਿੱਚ ਕਿਹੜੀ ਪਾਰਟੀ ਹੈ ਚਾਹੇ ਕੋਈ ਬਗਾਨਾ ਚਾਹੇ ਆਪਣਾ ਐਕਸ਼ਨ ਹੁੰਦਾ ਹੁਣ ਵੀ ਗਵਰਨਰ ਸਾਹਿਬ ਨੇ ਭੇਜੀ ਹੋਈ ਹੈ ਸੀਡੀ ਅਗਰ ਕੋਈ ਇਲੀਗੈਲਿਟੀ ਹੋਏਗੀ ਮੈਂ ਕਹਿੰਦਾ ਇਸ ਤੋਂ ਸਾਡੀ ਸਰਕਾਰ ਪਿੱਛੇ ਨਹੀਂ ਹਟੇਗੀ ਕਿਸੇ ਵੀ ਮਸਲੇ 'ਚ ਠੀਕ ਹੈ ਚਲੋ ਥੋੜੀ ਵੇਟ ਕਰੋ ਹੁਣ ਤੁਸੀਂ ਆਪਾਂ ਸਾਰਿਆਂ ਨੂੰ ਐਡ ਕਰਨਾ ਸਾਰਿਆਂ ਦੇ ਜਵਾਬ ਤੁਹਾਨੂੰ ਦੇਣੇ ਪੈਣੇ ਨੇ ਕਿੰਗਰਾ ਸਾਹਿਬ ਕਿੰਗਰਾ ਜੀ ਇੱਕ ਤਾਂ ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਤੁਸੀਂ ਸਿੰਪਥੀ ਦੇ ਜ਼ਰੀਏ ਵੀ ਜਿੱਤ ਹਾਸਲ ਕਰਨਾ ਚਾਹੁੰਦੇ ਹੋ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਤਾਂ ਨਿਸ਼ਾਨੇ ਸਾਧ ਰਹੀ ਹੈ ਬੀਜੇਪੀ ਵੀ ਸਾਧ ਰਹੀ ਹੈ ਕਿ ਜਦੋਂ ਤੁਹਾਡੇ ਕੋਲ ਸੱਤਾ ਸੀ ਪੰਜਾਬ ਦੇ ਵਿੱਚ ਉਦੋਂ ਤੁਸੀਂ ਕੁਝ ਕੀਤਾ ਨਹੀਂ ਤੁਸੀਂ ਹੁਣ ਆਮ ਆਦਮੀ ਪਾਰਟੀ ਜਾਂ ਫਿਰ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈ ਰਹੇ ਹੋ ਦੇਖੋ ਜੀ ਸ਼ੁਕਲਾ ਜੀ ਮੈਂ ਆਪਦੇ ਜਿਹੜੇ ਮੇਰੇ ਵੀਰ ਨੇ ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਐਂ ਕਰੋ ਕਮਿਸ਼ਨ ਦੀ ਜਿਹੜੀ ਰਿਪੋਰਟ ਜਿਹੜੀ ਸਬਮਿਟ ਹੋਇਆ ਪੇਪਰ ਉਹਦੇ ਤੇ ਪੜ੍ਹ ਲਓ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਸਭ ਤੋਂ ਵੱਧ ਪੜ੍ਹਿਆ ਲਿਖਿਆ ਕੈਂਡੀਡੇਟ ਹੈ ਤੁਸੀਂ ਜਿਹਦੇ ਨਾਲ ਮਰਜ਼ੀ ਕੰਪੇਅਰ ਕਰ ਲਓ ਦੂਜੀ ਗੱਲ ਜਲੰਧਰ ਦੇ ਲੋਕ ਕਹਿੰਦੇ ਨੇ ਅਸੀਂ ਕਾਂਗਰਸ ਤੋਂ ਉਧਾਰੇ ਲਏ ਲੀਡਰ ਨੂੰ ਰਿੰਕੂ ਨੂੰ ਵੋਟ ਕਿਉਂ ਪਾਵਾਂਗੇ ਅਸੀਂ ਕਾਂਗਰਸੀਆਂ ਨੂੰ ਵੋਟ ਪਾ ਦਿਆਂਗੇ ਇਹ ਜਲੰਧਰ ਦੇ ਸਾਰੇ ਲੋਕ ਕਹਿੰਦੇ ਨੇ ਜਿਸ ਪਾਰਟੀ ਕੋਲੇ ਆਪਦਾ ਲੀਡਰ ਹੀ ਹੈ ਨਹੀਂ ਸੀਗਾ ਉਹ ਪਾਰਟੀ ਕੀ ਕਰੂਗੀ ਤੀਜੀ ਗੱਲ ਦੇਖੋ ਝੂਠਾਂ ਦੀ ਪੰਡ ਇਹ ਸਾਡੇ ਮੁੱਖ ਮੰਤਰੀ ਜੀ ਨੇ ਜਿਹੜਾ ਮੁੱਖ ਮੰਤਰੀ ਦਾ ਦਫ਼ਤਰ ਹੈ ਉਹਨੂੰ ਵੀ ਇੱਕ ਹਾਸੋਹੀਣੀ ਸਟਰਕਚਰ ਬਣਾਦਾ ਜਿਹੜਾ ਲਟਕਿਆ ਸੀ ਸਮੇਂ ਤੋਂ ਉਹ ਮਸਲਾ ਕੱਲ ਹੱਲ ਹੋ ਗਿਆ ਮੈਂ ਇੱਕ ਪਾਸੇ ਪਰਿਵਾਰ ਸੀ ਇੱਕ ਪਾਸੇ ਪੰਜਾਬ ਸੀ ਮੈਂ ਛੱਡ ਪਰਿਵਾਰ ਪੰਜਾਬ ਦੇ ਵੱਲ ਹੋ ਗਿਆ ਯਾਰ ਤੂੰ ਕਵਿਤਾ ਲਿਖਣਾ ਹੈ ਇੱਥੇ ਅੱਜ ਕਿਹੜੇ ਪੰਜਾਬ ਦੇ ਪਰਿਵਾਰ ਨੂੰ ਛੱਡ ਕੇ ਤੂੰ ਵੱਲ ਹੋਇਆ ਯਾਰ ਤੂੰ ਦੁਬਾਰਾ ਵਿਆਹ ਕਰਾ ਲਿਆ ਜਿਹੜਾ ਤੂੰ ਇੱਕ ਡਾਈਵੋਰਸ ਨੂੰ ਜਿਹੜਾ ਬੰਦਾ ਕੈਸ਼ ਕਰਨਾ ਚਾਹੁੰਦਾ ਹੈ ਯਾਰ ਉਹਦੀ ਕ੍ਰੈਡੀਬਿਲਿਟੀ ਕਿੰਨੀ ਹੋ ਸਕਦੀ ਹੈ ਡਾਈਵੋਰਸ ਜਿਹੜਾ ਉਹ ਸ਼ਰਮ ਵਾਲੀ ਗੱਲ ਹੈ ਨਹੀਂ ਚਲੋ ਠੀਕ ਆ ਆਪਾਂ ਥੋੜੇ ਨਿੱਜੀ ਨਾ ਹੋਈਏ ਚਾਹੇ ਕੋਈ ਵੀ ਹੈ ਚਾਹੇ ਸੀਐਮ ਨੇ ਜਾਂ ਕੋਈ ਹੋਰ ਆਪਾਂ ਸ਼ੁਕਲਾ ਜੀ ਕਿਸੇ ਮੇਰੀ ਕੋਈ ਲਾਈਫ ਨਿੱਜੀ ਨਹੀਂ ਹੈ ਸਾਰਵਜਨਿਕ ਜ਼ਿੰਦਗੀ ਚ ਕੱਟਣ ਵਾਲੇ ਲੋਕਾਂ ਦੀ ਕਦੇ ਲਾਈਫ ਨਿੱਜੀ ਨਹੀਂ ਹੁੰਦੀਗੀ ਉਹਨਾਂ ਦਾ ਖਾਣਾ ਪੀਣਾ ਪਹਿਨਣਾ ਤੁਰਨਾ ਉੱਠਣਾ ਬੈਠਣਾ ਪਰਿਵਾਰ ਉਹ ਸਾਰਾ ਸਾਰਵਜਨਿਕ ਹੁੰਦਾ ਹੈ ਉਹ ਸਾਰਾ ਪਬਲਿਕ ਹੁੰਦਾ ਕਿਉਂਕਿ ਅਸੀਂ ਪਬਲਿਕ ਲਾਈਫ ਲੀਡ ਕਰਦੇ ਹਾਂ ਮੈਂ ਕੱਲ ਨੂੰ ਕਹਿੰਦਾ ਮੇਰੀ ਨਿੱਜੀ ਜ਼ਿੰਦਗੀ ਮੈਂ 4 ਵਿਆਹ ਕਰਾਏ ਹੈ ਉਹ ਯਾਰੋ ਇਹ ਨਿੱਜੀ ਕਿਵੇਂ ਹੋ ਸਕਦੀ ਮੇਰੀ ਛੱਡ ਕੇ ਮੁਰਗੀ ਖਾਨਾ ਖੋਲਣਾ ਨਹੀਂ ਚਲੋ ਫਿਰ ਵੀ ਤੁਸੀਂ ਗਾਣਾ ਲਿਖਿਆ ਸੀਗਾ ਨਹੀਂ ਤੁਸੀਂ ਗਾਣਾ ਲਿਖਿਆ ਸੀ ਛੱਡ ਪਰਿਵਾਰ ਦੇ ਵੱਲ ਹੋ ਗਿਆ ਲਟਕਿਆ ਸੀ ਮਸਲਾ ਜਿਹੜਾ ਸਦੀਆਂ ਤੋਂ ਕੱਲ ਹੱਲ ਹੋ ਗਿਆ ਤੇ ਫਿਰ ਦੁਬਾਰਾ ਹੱਲ ਕਿਹਨੇ ਕਰਨਾ ਮਸਲਾ ਉਹ ਇੱਥੋਂ ਪਤਾ ਲੱਗਦਾ ਬੰਦੇ ਦੀ ਕ੍ਰੈਡੀਬਿਲਿਟੀ ਕੀ ਹੈ ਆ ਥੋੜੇ ਦਿਨ ਪਹਿਲਾਂ ਪਰਚੇ 'ਚ ਫਰਕ ਹੁੰਦਾ ਤਲਵਾਰ 'ਚ ਫਰਕ ਹੁੰਦਾ ਉਹ ਯਾਰੋ ਗਾਣੇ ਸੁਣਾਉਣਾ ਹੈ ਸਾਨੂੰ ਤੂੰ ਗਾਣੇ ਤੇਰੇ ਨਾਲ ਚੰਗੀ ਲਿਖਣ ਵਾਲੀ ਦੁਨੀਆ ਹੈਗੀ ਹੈ ਬਹੁਤ ਲੋਕ ਹੈ ਅਸੀਂ ਤਾਂ ਪੰਜਾਬ ਦੀ ਇਕਨੋਮੀ ਸੈੱਟ ਕਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਪੰਜਾਬ ਦੀ ਇਕਨੋਮੀ ਨੂੰ ਠੀਕ ਕਰੇ ਉਹ ਕਰ ਨਹੀਂ ਸਕਦਾ ਪੈਸਾ ਹੈ ਨਹੀਂ ਪੱਲੇ ਬਾਜ਼ਾਰ ਖੜੀ ਹੱਲੇ ਹੈ ਨਾਚ ਨਾ ਜਾਣੇ ਆਂਗਣ ਟੇਡਾ ਇਹ ਸਾਰੀਆਂ ਕਹਾਵਤਾਂ ਇਹੋ ਜਿਹੇ ਬੰਦੇ ਨੂੰ ਦੇਖਦੇ ਠੀਕ ਹੈ ਚਲੋ ਕਿੰਗਰਾ ਜਵਾਬ ਲਈਏ ਦੇ ਵਿੱਚ ਮੈਂ ਕਹਿੰਦੇ ਮੈਂ ਅੱਜ ਪਿੰਡ ਬੈਠਾ ਇੱਕ 10ਵੀਂ ਦੇ ਬੱਚੇ ਨੂੰ ਲੱਭ ਰਿਹਾ ਮਾਂ-ਬਾਪ ਕਿ ਸਾਡਾ ਬੱਚਾ ਕਿੱਧਰ ਗਿਆ ਨਸ਼ੇ ਕਰਦਾ ਸੀ ਮੈਂ ਆਪਦੇ ਕੰਮਿਆਂ ਦੇ ਪਿੰਡ 'ਚ ਬੈਠਾਂਗਾ ਮੈਂ ਤੁਹਾਨੂੰ ਫੋਟੋ ਭੇਜ ਸਕਦਾ ਉਹ ਇਹੀ ਕਹਿੰਦੇ ਨੇ ਨਾ ਕਿ ਇੱਕ ਸਾਲ 'ਚ ਤਾਂ ਨਹੀਂ ਹੋ ਗਿਆ ਨਸ਼ਾ ਉਹ ਤਾਂ ਇਹੀ ਕਹਿ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਪਾਸੇ ਹੀ ਜਵਾਬ ਦੇਣਗੇ ਪਰ ਕਿੰਗਰਾ ਜੀ ਛੋਟੀ ਜਿਹੀ ਤੁਹਾਡੀ ਕਮੈਂਟ ਇੱਥੇ ਜ਼ਰੂਰੀ ਹੈ 5 ਸਾਲ ਤਾਂ ਸੱਤਾ ਰਹੀ ਹੈ ਤੁਹਾਡੀ ਕਾਂਗਰਸ ਦੀ ਉਹ ਇਹੀ ਕਹਿ ਰਹੇ ਨੇ ਕਿ 5 ਸਾਲ ਜਾਂ ਉਸ ਤੋਂ ਪਹਿਲਾਂ ਅਕਾਲੀ ਬੀਜੇਪੀ ਦਾ ਸਮਾਂ ਸੀ ਉਸ ਸਮੇਂ ਤੋਂ ਨਸ਼ਾ ਚੱਲਦਾ ਆ ਰਿਹਾ ਹੈ ਦੇਖੋ ਸ਼ੁਕਲਾ ਜੀ ਨਸ਼ਾ ਦੁਨੀਆ ਦੀ ਪ੍ਰੋਬਲਮ ਹੈ ਕੱਲੇ ਪੰਜਾਬ ਦੀ ਨਹੀਂ ਕੱਲੇ ਭਾਰਤ ਦੀ ਨਹੀਂ ਲੇਕਿਨ ਆਮ ਆਦਮੀ ਪਾਰਟੀ ਦੇ ਹਰਜੋਤ ਮੈਸ ਨੇ ਕਿਹਾ ਸੀ 24 ਘੰਟੇ ਖਤਮ ਕਰ ਦਿਆਂਗੇ ਐਡਾ ਝੂਠ ਤਾਂ ਨਾ ਬੋਲਣ ਲੋਕਾਂ ਕੋਲੇ ਠੀਕ ਹੈ ਪਾਸੀ ਸਵਾਲ ਝੂਠ ਹੋ ਰਿਹਾ ਹੈ ਚਲੋ ਥੋੜੇ ਵੇਟ ਕਰਿਓ ਜੈਵੰਸ਼ੀ ਮੈਂ ਤੁਹਾਡੇ ਕੋਲ ਆ ਰਿਹਾ ਪਾਸੀ ਜਵਾਬ ਕਿੰਗਰਾ ਜੀ ਜਵਾਬ ਲੈ ਲਓ ਇੱਕ ਵਾਰੀ ਜਵਾਬ ਲੈ ਲਓ ਪਾਸੀ ਜੀ ਕਰ ਦੇਣ ਕਰਦਾ ਨਹੀਂ ਹੈ ਸਵਾਲ ਬੋਲਣ ਦਾ ਤੁਹਾਡੀ ਕਾਂਗਰਸ ਸਰਕਾਰ ਨੇ ਔਰ ਦੂਸਰੀ ਚੀਜ਼ ਅਸੀਂ ਨਸ਼ਿਆਂ ਦੇ ਖਿਲਾਫ ਲਗਾਤਾਰ ਲੜਾਈ ਲੜ ਰਹੇ ਹਾਂ ਕੱਲ ਵੀ 4 ਕਿਲੋ ਤੋਂ ਉੱਪਰ ਹੈਰੋਇਨ ਪਕੜੀ ਹੈ ਔਰ ਪੰਜਵੀਂ ਚੀਜ਼ 17000 ਤੋਂ ਉੱਪਰ ਡਰੱਗ ਪੈਡਲਰਸ ਪਕੜੇ ਜਾ ਚੁੱਕੇ ਹੈ ਛੇਵੀਂ ਚੀਜ਼ ਸੁਣ ਲਓ ਤੁਸੀਂ ਪਰਸਨਲ ਕਮੈਂਟਿੰਗ ਤੁਹਾਡੇ ਕੋਲੇ ਮੁੱਦਾ ਹੀ ਕੋਈ ਨਹੀਂ ਕਦੇ ਕਹਿੰਦੇ ਆ ਭਗਵੰਤ ਮਾਨ ਜੀ ਨੇ ਦੂਜਾ ਵਿਆਹ ਕਰਾ ਲਿਆ ਤੁਹਾਡੇ ਐਨਡੀ ਤਿਵਾੜੀ ਜੀ ਨੇ ਕੀ ਕੀਤਾ ਸੀ ਮੈਂ ਤੁਹਾਨੂੰ ਉਹਨੇ ਆਪ ਕਿਹਾ ਸੀਗਾ ਮੈਂ ਨਹੀਂ ਆਗਿਆਗਾ ਉਹਨੇ ਆਪ ਲਿਖਿਆ ਸੀ ਮੈਂ ਕੁਝ ਨਹੀਂ ਕਿਹਾਗਾ ਮੈਂ ਉਹਨੂੰ ਕੋਟ ਕੀਤਾ ਮੈਂ ਤਾਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਕੋਟ ਕੀਤਾ ਸਰ ਇੱਕ ਕਰਕੇ ਪਲੀਜ਼ ਮੈਂ ਤਾਂ ਉਹਦੀ ਕਵਿਤਾ ਸੁਣਾਈ ਇੱਕ ਕਰਕੇ ਸਰ ਇੱਕ ਕਰਕੇ ਥੋੜਾ ਇੱਕ ਵਾਰੀ ਜਵਾਬ ਦੇ ਲੈਣ ਦਿਓ ਪਾਸੀ ਜੀ ਨੂੰ ਕਿੰਗਰਾ ਜੀ ਜਵਾਬ ਦੇ ਲੈਣ ਦਿਓ ਪਾਸੀ ਕੰਪਲੀਟ ਕਰੋ ਪਲੀਜ਼ ਬਿਲਕੁਲ ਮੈਂ ਕੰਟਰੀਬਿਊਟ ਕਰ ਰਿਹਾ ਜਾਣਬੁੱਝ ਕੇ ਇੰਟਰਪਸ਼ਨ ਕਰ ਰਿਹਾ ਹੁਣ ਦੂਜੀ ਸੁਣ ਲਓ ਇਹ ਕਹਿੰਦੇ ਆ ਕੇਜਰੀਵਾਲ ਜੀ ਕਿਉਂ ਆਏ ਉਹ ਤੁਹਾਡੇ ਤਾਂ ਰਾਹੁਲ ਗਾਂਧੀ ਜੀ ਕਿਤੇ ਸੀਐਮ ਵੀ ਨਹੀਂ ਹੈ ਉਹ ਕਿਉਂ ਆਏ ਉਹ ਭਾਰਤ ਜੋੜੋ ਯਾਤਰਾ ਦੇ ਨਾਂ ਤੇ ਜਿਹੜੀ ਕਾਂਗਰਸ ਜੋੜੋ ਯਾਤਰਾ ਕਰਨ ਆਏ ਸੀ ਫਿਰ ਉਹ ਕਿਉਂ ਆਏ ਤੁਹਾਡੀ ਸੋਨੀਆ ਗਾਂਧੀ ਜੀ ਕਿਸ ਕਪੈਸਿਟੀ 'ਚ ਹੈ ਮੈਂ ਹੋਰ ਚੀਜ਼ ਦੱਸਦਾ ਤੁਹਾਨੂੰ ਅਸੀਂ ਗੱਪਾਂ ਨਹੀਂ ਮਾਰਦੇ ਵੱਡੀਆਂ ਮੈਂ ਕਮਿਸ਼ਨਰ ਰਿਟਾਇਰ ਹੋਇਆ ਮੈਂ ਨਹੀਂ ਕਦੇ ਆਖਿਆ ਮੈਂ ਕੰਪਲੀਟ ਕਰ ਲੈਣ ਤੋਂ ਕਿੰਗਰਾ ਜੀ ਥੋੜਾ ਇੱਕ ਵਾਰੀ ਪਰ ਲੋਕਾਂ ਨੂੰ ਸਮਝ ਨਹੀਂ ਆਉਂਦੀ ਇਨਫੈਕਟ ਤੁਸੀਂ ਦੋਵੇਂ ਸਕਾਈਪ ਦੇ ਜ਼ਰੀਏ ਜੁੜੇ ਹੋ ਤੁਹਾਡੀ ਆਵਾਜ਼ ਕਲੀਅਰ ਨਹੀਂ ਪਹੁੰਚ ਪਾਏਗੀ ਥੋੜਾ ਸਰ ਪਲੀਜ਼ ਥੋੜਾ ਵੇਟ ਕਰ ਲਓ
ਥੋੜਾ ਜਿਹਾ ਵੇਟ ਕਰ ਲਓ। Tension- ਪਾਸੀ ਸਾਹਿਬ ਕੰਪਲੀਟ ਕਰੋ ਸਰ, ਕੰਪਲੀਟ ਕਰੋ, ਤੁਹਾਡੇ ਕੋਲ ਵਾਰ-ਵਾਰ ਆਣਾ ਪਰ ਤੁਸੀਂ ਛੋਟੇ ਜਵਾਬ ਰੱਖੋ। ਪਾਸੀ ਮਿੱਕੜੀ ਸੁਣ, ਮੈਂ ਛੋਟਾ ਜਵਾਬ ਰੱਖਦਾ, ਇੰਟਰਪਸ਼ਨ ਇਹ ਕਰ ਰਹੇ ਆ। ਜੀ ਮੀਡੀਆ ਦੀ ਰਿਪੋਰਟ ਹੈ, ਕਾਂਗਰਸ ਨੇ ਪਿਛਲੇ 70 ਸਾਲਾਂ ਦੇ ਵਿੱਚ ਹਿੰਦੁਸਤਾਨ ਦਾ 49 ਖਰਬ ਰੁਪਏ ਦਾ ਨੁਕਸਾਨ ਕੀਤਾ। ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ, ਇਹ ਕਹਿ ਰਹੇ ਆ ਅੱਜ ਤਾਂ ਇਹਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੈ, ਉਹਨਾਂ ਦੀ 2018 ਦੀ ਖੁਦ ਦੀ ਸਟੇਟਮੈਂਟ ਹੈ ਕਿ ਇਹਨਾਂ ਦੇ ਚਰਨਜੀਤ ਸਿੰਘ ਸੰਨੀ ਮਾਈਨਿੰਗ ਦੇ ਸਰਦਾਰ ਹੈ। ਫਿਰ ਉੱਥੇ ਕੀ ਹੋਇਆ ਸੀ, ਇਹਨਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਵਾਈ ਸਰਵੇਖਣ ਕਰ ਰਹੇ ਸੀ। ਠੀਕ ਹੈ, ਚਲੋ ਹੈਲੀਕਾਪਟਰ ਦੇ ਵਿੱਚੋਂ ਪਾਸੀ ਇੱਕ ਛੋਟਾ ਜਿਹਾ ਜਵਾਬ ਦੇ ਦਿਓ। ਮੈਂ ਜੈਬਾਂਸ਼ ਜੀ ਦਾ ਰੁਕ ਕਰਨਾ, ਇਨਫੈਕਟ ਉਹਨਾਂ ਦਾ ਹੀ ਸਵਾਲ ਹੈ। ਉਹਨਾਂ ਨੂੰ ਇਸ ਗੱਲ ਤੇ ਵੀ ਇਤਰਾਜ਼ ਹੈ ਕਿ ਪੰਜਾਬ ਇੱਕ ਵੱਡਾ ਸਟੇਟ ਹੈ, ਬਾਰਡਰ ਸਟੇਟ ਹੈ, ਔਰ ਉਹਨਾਂ ਦੇ ਮੁੱਖ ਮੰਤਰੀ ਦੀ ਆ ਕੇ ਦਿੱਲੀ ਵਾਲੇ ਤਾਰੀਫ ਕਰ ਰਹੇ ਨੇ। ਕਹਿੰਦੇ ਕਿ ਜਾਂ ਤਾਂ ਤੁਸੀਂ ਕਨਵੀਨੀਅਰ ਦੀ ਤਰ੍ਹਾਂ ਰਿਐਕਟ ਕਰੋ ਜਾਂ ਦਿੱਲੀ ਦੇ ਸੀਐਮ ਦੀ ਤਰ੍ਹਾਂ ਰਿਐਕਟ ਕਰੋ। ਮੈਂ ਦੇਣਾ ਸ਼ੁਕਲਾ ਜੀ ਜਵਾਬ। ਮੈਂ ਕਿਹਾ ਥੋੜਾ ਜਿਹਾ ਪਾਸੀ ਤੋਂ ਰਿਐਕਸ਼ਨ ਜ਼ਰੂਰੀ ਹੈ। ਬਿਲਕੁਲ ਸ਼ੁਕਲਾ ਜੀ ਛੋਟਾ ਜਵਾਬ, ਸ਼ੁਕਲਾ ਜੀ ਛੋਟਾ ਜਵਾਬ। ਦਿੱਲੀ ਦਾ ਮੁੱਖ ਮੰਤਰੀ ਪ੍ਰੋਟੋਕਾਲ ਦੇ ਮੁਤਾਬਕ ਸਾਡੇ ਚੀਫ ਸੈਕਟਰੀ ਤੋਂ ਥੱਲੇ ਹੈ, ਜਦੋਂ ਮਰਜ਼ੀ ਚੈੱਕ ਕਰ ਲਓ ਬਲੂ ਬੁੱਕ। ਪਾਸੀ ਜੀ ਜੀ ਇਹਨਾਂ ਨੂੰ ਇੱਕ ਚੀਜ਼ ਦਾ ਜਵਾਬ ਦੇਣਾ ਚਾਹੀਦਾ ਹੈ। ਇਹਨਾਂ ਨੂੰ ਇਹ ਨਹੀਂ ਪਤਾ ਕਿ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮ ਲੀਡਰ ਹੈ, ਸਾਡੇ ਆਲ ਇੰਡੀਆ ਦੇ ਕਨਵੀਨਰ ਹੈ। ਪਹਿਲੀ ਚੀਜ਼, ਆਮ ਆਦਮੀ ਪਾਰਟੀ ਦੀ ਵਿੱਚ ਅਗਰ ਸਭ ਤੋਂ ਵੱਧ ਯੋਗਦਾਨ ਅਰਵਿੰਦ ਕੇਜਰੀਵਾਲ ਜੀ ਦਾ। ਦੂਸਰੀ ਚੀਜ਼, ਫਿਰ ਇਹ ਜਿਹੜੇ ਸੋਨੀਆ ਗਾਂਧੀ ਜੀ ਦੇ ਦਰਬਾਰ ਦੇ ਵਿੱਚ ਕਿਸ ਕਪੈਸਿਟੀ 'ਚ ਜਾਂਦੇ ਆ, ਕਦੇ ਜਾਖੜ ਜੀ ਕਹਿੰਦੇ ਆ ਮੈਨੂੰ ਮੁੱਖ ਮੰਤਰੀ ਬਣਾ ਦਿਓ, ਕਦੇ ਰੰਧਾਵਾ ਜੀ ਕਹਿੰਦੇ ਆ ਮੁੱਖ ਮੰਤਰੀ ਬਣਾ ਦਿਓ। ਉਹ ਤਾਂ ਨਾ ਮੁੱਖ ਮੰਤਰੀ ਹੈ, ਨਾ ਉਹ ਕਿਸੇ ਪ੍ਰਾਈਮ ਮਿਨਿਸਟਰ ਰਹੇ ਜਾਂ ਕਿਤੇ ਮਿਨਿਸਟਰਸ਼ਿਪ 'ਚ ਰਹੇ। ਫਿਰ ਇਹ ਰਾਹੁਲ ਗਾਂਧੀ ਜੀ ਜਿਹੜੇ ਕਿ ਆਪਣੀ ਅਮੇਠੀ ਦੀ ਸੀਟ ਵੀ ਹਾਰੇ ਹੋਏ ਆ, ਉਹਨਾਂ ਨੂੰ ਆਪਣਾ ਸੁਪਰੀਮ ਲੀਡਰ ਕਿੱਦਾਂ ਦੱਸਦੇ ਆ? ਇਹ ਗੱਲਾਂ ਕਰਨਗੇ। ਸੱਚ ਤਾਂ ਬੋਲੇ, ਛਲਣੀ ਵੀ ਬੋਲੇ। ਕਮਾਲ ਹੈ ਕਾਂਗਰਸ ਦੀ, ਕਮਾਲ ਹਮੇਸ਼ਾ ਹੀ ਪੰਜਾਬ ਦੇ ਵਿੱਚ ਅਗਰ ਪੰਜਾਬ ਨੂੰ ਨਸੂਰ ਬਣਾਇਆ, ਪੰਜਾਬ ਠੀਕ ਹੈ, ਚਲੋ ਹੁਣ ਵੇਟ ਕਰੋ। ਜੈਬੰਸ਼ ਜੀ ਦਾ ਰਿਐਕਸ਼ਨ ਇੱਥੇ ਜ਼ਰੂਰੀ ਹੈ। ਕਿੰਗਰਾ ਸਾਹਿਬ ਤੁਸੀਂ ਰਿਐਕਟ ਕਰੋਗੇ ਮੈਨੂੰ ਪਤਾ ਹੈ, ਪਰ ਜੈਬੰਸ਼ ਜੀ ਦੇਖੋ ਬਹੁਤ ਪੋਲੀਟੀਕਲ ਪਾਰਟੀਆਂ ਦੇ ਲੀਡਰ ਜਾਂਦੇ ਨੇ ਔਰ ਗੱਲਬਾਤ ਕਰਦੇ ਨੇ। ਹੁਣ ਹੋ ਸਕਦਾ ਕਿ ਉਹ ਸੀਐਮ ਜਾਂ ਪ੍ਰਧਾਨ ਮੰਤਰੀ ਉਸ ਸਮੇਂ ਨਾ ਹੋਣ, ਉਸ ਕਾਂਗਰਸ ਦਾ ਜਿਵੇਂ ਜ਼ਿਕਰ ਕਰ ਰਹੇ ਨੇ। ਦੇਖੋ ਗੌਰਵ ਜੀ, ਅੱਜ ਦੀ ਜਿਹੜੀ ਡਿਬੇਟ ਹੈ ਨਾ, ਅੱਗੇ ਵੈਸੇ ਐਸੀਆਂ ਹੀ ਡਿਬੇਟਾਂ ਹੋਣਗੀਆਂ। ਥੋੜਾ ਜਿਹਾ ਇਹਨਾਂ ਨੂੰ ਮੋਡਰੇਟ ਕਰ ਲਿਆ ਕਰੋ, ਇਨ ਦ ਸੈਂਸ ਕਿ ਜਦੋਂ ਅਸੀਂ ਬਹੁਤ ਵਾਰ ਕਿਹਾ ਹੈ ਕਿ ਜਦੋਂ ਗਵਰਨਮੈਂਟ ਗੱਲ ਕਰਦੀ ਹੈ, ਆਮ ਆਦਮੀ ਪਾਰਟੀ ਗੱਲ ਕਰਦੀ ਹੈ, ਤੇ ਇਹਨਾਂ ਨੂੰ ਜਾਂ ਤੇ ਜਵਾਬ ਦੇਣਾ ਚਾਹੀਦਾ ਹੈ ਜਾਂ ਹੰਬਲੀ ਐਕਸੈਪਟ ਕਰ ਲੈਣਾ ਚਾਹੀਦਾ ਹੈ ਕਿ ਠੀਕ ਨਹੀਂ ਹੈ। ਇਹ ਪਿੱਛੇ ਜਾਣਾ, ਹਿਸਟਰੀ ਦੇ ਵਿੱਚ ਜਾਣਾ, ਇਹ ਗਵਰਨਮੈਂਟ ਦਾ ਕੰਮ ਨਹੀਂ ਹੁੰਦਾ। ਹੁਣ ਜਿਹੜਾ ਮੈਂ ਟੈਕਨੀਕਲ ਪੁਆਇੰਟ ਦੱਸਿਆ ਸੀਗਾ, ਅਗਰ ਕੇਜਰੀਵਾਲ ਜੀ ਨੇ ਕਨਵੀਨਰ ਬਣਨਾ ਹੈ, ਅਗਰ ਇੱਥੇ ਆ ਕੇ ਥਾਪੀਆਂ ਦੇਣੀਆਂ ਨੇ, ਤੇ ਉਹ ਸੀਐਮ ਦੀ ਪਦਵੀ ਛੱਡ ਦੇਣ। ਜਿੱਦਾਂ ਕਿ ਢਿੰਗਰਾ ਸਾਹਿਬ ਨੇ ਕਿਹਾ, ਪ੍ਰੋਟੋਕਾਲ ਦੇ ਵਿੱਚ ਉਹ ਮਾਨ ਸਾਹਿਬ ਕੋਲੋਂ ਬਹੁਤ ਥੱਲੇ ਨੇ, ਤੇ ਸੀਐਮ ਵੀ ਬਣ ਕੇ ਰਹਿਣਾ ਹੈ, 45,000 ਕਰੋੜ 45 ਕਰੋੜ ਦੇ ਘਰ 'ਚ ਵੀ ਰਹਿਣਾ ਹੈ, ਤੇ ਕਨਵੀਨਰ ਵੀ ਰਹਿਣਾ ਹੈ। ਇਹ ਗੱਲ ਠੀਕ ਨਹੀਂ ਹੈ। ਇਹ ਜੋ ਮੰਨਣ ਕੇ ਨਾ ਮੰਨਣ, ਮੈਂ ਤੇ ਇਹਨੂੰ ਪੰਜਾਬ ਦੀ ਬਹੁਤ ਵੱਡੀ ਬੇਇੱਜ਼ਤੀ ਮੰਨਣਾ। ਦੂਸਰਾ, ਇਹਨਾਂ ਨੇ ਕਿਹਾ ਸੀਗਾ ਕਿ ਸਾਰਾ ਇਹਨਾਂ ਨੇ ਉਹ ਵੀਟ ਚੱਕ ਲਿਆ। ਮੀਡੀਆ ਰਿਪੋਰਟਸ ਦੇਖ ਲਓ ਗੌਰਵ ਜੀ, ਤੁਸੀਂ ਵੀ ਮੀਡੀਆ ਦੇ ਵਿੱਚ ਹੈਗੇ ਹੋ, ਬਹੁਤ ਜ਼ਿਆਦਾ ਮੀਡੀਆ ਰਿਪੋਰਟਸ ਆ ਰਹੀਆਂ ਨੇ। ਇੱਕ ਮੰਡੀ ਤੋਂ ਰਿਪੋਰਟ ਆ ਰਹੀ ਹੈ। ਇੱਕ ਮੰਡੀ ਦੀ ਤੇ ਪਿੱਛੇ ਜੇ ਪੜ੍ਹੀ ਸੀਗੀ ਕਿ 1 ਲੱਖ ਉੱਥੇ ਬੈਗਸ ਪਏ ਨੇ, 10-15 ਹਜ਼ਾਰ ਹੀ ਚੱਕੇ ਗਏ ਨੇ। ਟਰੱਕਸ ਜਿਹੜੇ ਨੇ ਉਹ ਬਾਹਰ ਨਹੀਂ ਜਾ ਰਹੇ। ਟਰੱਕ ਯੂਨੀਅਨਸ ਜਿਹੜੇ ਹੈਗੇ ਨੇ ਉਹ ਖੜੇ ਹੋ ਗਏ ਨੇ, ਐਜੀਟੇਸ਼ਨ ਕਰ ਰਹੇ ਨੇ। ਤੇ ਜਿਹੜਾ ਇਹਨਾਂ ਨੇ ਹੁਣ ਕਿਹਾ ਸੀਗਾ, ਆਪਣੇ ਕਲੇਰ ਸਾਹਿਬ ਨੇ ਕਿਹਾ ਕਿ ਸਾਰੇ ਕਰਦੇ ਸੀਗੇ, ਡਰੱਗਸ ਦਾ ਟ੍ਰੇਡ ਕਰਦੇ ਸੀਗੇ ਦੂਸਰੇ ਲੀਡਰ, ਤੇ 1 ਸਾਲ 3 ਮਹੀਨਿਆਂ ਨੇ ਓਪੋਜੀਸ਼ਨ ਦੇ ਇਹਨਾਂ ਨੇ ਕਿੰਨੇ ਲੀਡਰਸ ਨੂੰ ਚੱਕ ਕੇ ਚਾਰਜ ਸ਼ੀਟ ਕੀਤਾ ਡਰੱਗ ਟ੍ਰੇਡ ਦੇ ਵਾਸਤੇ। ਇੱਕ ਨੂੰ ਵੀ ਕੀਤਾ, ਕਿਸੇ ਨੂੰ ਅੰਦਰ ਪਾਇਆ। ਇਹ ਜਿਹੜੇ ਪੈਡਲਰਸ ਫੜ ਰਹੇ ਨੇ ਨਾ, ਉਹ ਸਮਾਲ ਟਾਈਮ ਨੇ, ਤੇ 4 ਕਿਲੋ ਹੈਰੋਇਨ ਦਾ ਕੋਈ ਮਤਲਬ ਹੀ ਨਹੀਂ ਹੁੰਦਾ। ਇਟ ਇਜ਼ ਉਹ ਤੇ ਵਿਫ ਦੇ ਵਿੱਚ ਚਲੇ ਜਾਂਦੀ ਹੈ। ਇਹਨਾਂ ਨੂੰ ਕੋ ਇਹ ਮੰਨ ਲੈਣ, ਹਿਊਮਿਲਿਟੀ ਦੇ ਨਾਲ ਮੰਨ ਲੈਣ ਕਿ ਇਹਨਾਂ ਦੇ ਕੋਲੋਂ ਪਿਛਲੇ 1 ਸਾਲ ਤੇ 3 ਮਹੀਨਿਆਂ ਦੇ ਵਿੱਚ ਕੁਝ ਨਹੀਂ ਹੋਇਆ, ਤੇ ਇੱਥੇ ਆ ਕੇ ਤੇ ਵੱਡੀਆਂ ਵੱਡੀਆਂ ਗੱਲਾਂ ਨਾ ਕਰਨ। ਇਹਦੂ ਚੰਗਾ ਹੈ ਕਿ ਇਹ ਇਲੈਕਸ਼ਨ ਦੇ ਬਾਰੇ ਸੋਚਣ ਦੇ ਇਲਾਵਾ ਇਹ ਆਪਣੇ ਹਾਊਸ ਨੂੰ ਠੀਕ ਕਰਨ। ਉਹ ਜਿਹੜਾ ਹੁਣ ਏਡਾ ਵੱਡਾ ਕਾਂਡ ਹੋ ਗਿਆ, ਦੈਟ ਕੇਸ ਹੋ ਗਿਆ ਲਾਲ ਚੰਦ ਦਾ, ਉਹਦੇ ਵੱਲ ਕੁਝ ਦੇਖਣ ਤੇ ਆਪਣੇ ਆਪ ਨੂੰ ਠੀਕ ਕਰ ਲੈਣ। ਕਿਉਂਕਿ ਇਹਨਾਂ ਨੇ ਪੰਜਾਬ ਨੂੰ ਹਜੇ ਤੱਕ 4 ਸਾਲ ਵਾਸਤੇ ਹੋਰ ਇਹਨਾਂ ਨੇ ਇੱਥੇ ਗਵਰਨਮੈਂਟ ਚਲਾਣੀ ਹੈ। ਮੈਨੂੰ ਤੇ ਨਹੀਂ ਲੱਗ ਰਿਹਾ ਕਿ ਇਹ ਗਵਰਨਮੈਂਟ ਚੱਲ ਸਕੇਗੀ। ਸਾਡਾ ਸਤਿਆਨਾਸ਼ ਹੋ ਜਾਏਗਾ। ਹਿਊਮਿਲਿਟੀ ਕਹਿੰਦੇ ਅਸੀਂ, ਜਿਹੜੀ ਹਿਊਮਿਲਿਟੀ ਦੀ ਗੱਲ ਕਰ ਰਹੇ ਨੇ ਨਾ ਕੇਜਰੀਵਾਲ ਸਾਹਿਬ, ਉਹ ਹਿਊਮਿਲਿਟੀ ਚਾਹੁੰਦੇ ਆ ਅਸੀਂ। ਕਲੀਅਰ ਜੀ, ਇੱਕ ਪੁਆਇੰਟ ਇਹ ਵੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਜਿਹੜੀਆਂ ਪੁਰਾਣੀਆਂ ਸਰਕਾਰਾਂ ਉਸ ਨੂੰ ਨਾ ਦੇਖੋ, ਜਾਂ ਜੈਬਾਂਸ਼ ਜੀ ਨੇ ਜ਼ਿਕਰ ਕੀਤਾ, ਪਰ ਗੱਲ ਇਹ ਕਿ ਹਮੇਸ਼ਾ ਤੋਂ ਹੁੰਦਾ ਹੈ। ਕਾਂਗਰਸ ਸੀ ਤਾਂ ਉਹ ਵੀ ਅਕਾਲੀ ਭਾਜਪਾ ਦੀ ਸਰਕਾਰ ਦੇ ਸਮੇਂ ਦੀ ਗੱਲ ਕਰਦੀ ਸੀ। ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ, ਉਹ 2002 ਤੋਂ 2007 ਵਾਲੇ ਸਮੇਂ ਦੀ ਗੱਲ ਕਰਦੀ ਸੀ। ਸੇਮ ਆਮ ਆਦਮੀ ਪਾਰਟੀ ਕਰ ਰਹੀ ਹੈ ਕਿ ਉਹ ਪਿਛਲੇ 5 ਸਾਲ ਦੀ, ਉਸ ਤੋਂ ਪਿਛਲੇ 10 ਸਾਲ ਦਾ ਜ਼ਿਕਰ ਕਰ ਰਹੀ ਹੈ। ਨਹੀਂ ਗੌਰਵ ਜੀ, ਤੁਸੀਂ ਮੈਨੂੰ ਮਿਸਕੋਟ ਕਰ ਗਏ। ਸ਼ਾਇਦ ਸ਼੍ਰੋਮਣੀ ਅਕਾਲੀ ਦਲ ਕੱਲੀ ਪੰਜਾਬ ਦੀ ਉਹ ਪਾਰਟੀ ਹੈ ਜਿਹੜੀ ਕਹਿੰਦੀ ਹੈ ਕਿ ਪਿਛਲਾ ਕੰਮ ਦੇਖੋ।
ਤੁਸੀਂ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਕੰਮ ਦੇਖੋ। ਅਗਰ ਪੰਜਾਬ ਦੇ ਵਿੱਚ ਕੁਝ ਹੋਇਆ ਹੈ, ਮੈਂ ਤਾਂ ਚੈਲੰਜ ਕਰਦਾ। ਨਹੀਂ, ਉਹ ਡਰੱਗਸ ਨੂੰ ਲੈ ਕੇ, ਉਹ ਜਿਵੇਂ ਡਰੱਗਸ ਨੂੰ ਲੈ ਕੇ ਸਵਾਲ ਚੁੱਕਦੇ ਨਹੀਂ, ਦੇਖੋ ਉਹ ਸਵਾਲ ਤੁਹਾਡੀ ਸਰਕਾਰ ਦੇ ਉੱਤੇ ਜਾਂ ਕਾਂਗਰਸ ਦੀ ਸਰਕਾਰ ਦੇ ਉੱਤੇ। ਗੌਰਵ ਜੀ ਦੇਖੋ, ਇੱਕ ਹੁੰਦੀ ਹੈ ਰਾਜਨੀਤੀ ਕਰਨੀ। ਮੈਂ ਫੇਰ ਪਾਸੀ ਸਾਹਿਬ ਨੂੰ ਇਹ ਗੱਲ ਕਹਿਣਾ ਕਿ ਡਿਵੈਲਪਮੈਂਟ, ਪਾਵਰ ਸਰਪਲਸ, ਹਸਪਤਾਲ, ਬਹੁਤ ਕੁਝ ਹੈ। ਉਹ ਤਾਂ ਤੁਸੀਂ ਕੰਪੈਰੀਜ਼ਨ ਕਰੋ। ਡਰੱਗਸ ਦੀ ਆਪਾਂ ਗੱਲ ਕਰ ਲਈਏ, ਡਰੱਗਸ ਦੇ ਉੱਤੇ ਭਗਵੰਤ ਮਾਨ ਸਾਹਿਬ ਹੋਣ ਚਾਹੇ ਨਵਜੋਤ ਸਿੱਧੂ ਨੇ ਵੀ ਬਹੁਤ ਗੱਲ ਕੀਤੀ ਕਿ ਜੀ ਹਾਈ ਕੋਰਟ 'ਚ 3 ਰਿਪੋਰਟਾਂ ਪਈਆਂ ਨੇ ਜੀ, ਬਹੁਤ ਵੱਡੇ ਬੰਦਿਆਂ ਦੇ ਨਾਂ ਜੀ ਫੜ ਕੇ ਅੰਦਰ ਦੇ ਦੇਾਂਗੇ ਜੀ। ਕੁਝ ਹੋਇਆ? ਰਿਪੋਰਟਾਂ ਖੁੱਲ ਗਈਆਂ, ਨਾ ਆਇਆ, ਨਹੀਂ ਆਇਆ। ਦੂਜੀ ਗੱਲ, ਭਗਵੰਤ ਮਾਨ ਉਹ ਮੁੱਖ ਮੰਤਰੀ ਹੈ ਜਿਹੜੇ ਕਿ ਚੋਣਾਂ ਤੋਂ ਪਹਿਲਾਂ ਕਦੇ ਗੱਡੇ ਤੇ ਕਦੇ ਸਟੇਜ ਤੇ ਚੜ੍ਹ ਕੇ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਕਿੱਥੇ ਬਣਦਾ ਮੈਨੂੰ ਪਤਾ ਹੈ। ਇਹ ਬਿਆਨ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਦਿੱਤਾ ਸੀ 2 ਮਹੀਨੇ ਬਾਅਦ ਸੰਗਰੂਰ 'ਚ ਕਿ ਜੀ ਮੈਂ ਪਤਾ ਲਾ ਲਿਆ ਪੰਜਾਬ 'ਚ ਕੋਈ ਨਸ਼ਾ ਬਾਹਰੋਂ ਨਹੀਂ ਆਉਂਦਾ। ਐ ਤਾਂ ਗੁਜਰਾਤ ਵੀ ਬਾਰਡਰ ਸਟੇਟ ਹੈ, ਰਾਜਸਥਾਨ ਵੀ ਬਾਰਡਰ ਸਟੇਟ ਹੈ, ਉੱਥੇ ਕਿਉਂ ਨਹੀਂ ਨਸ਼ਾ, ਪੰਜਾਬ 'ਚ ਹੀ ਕਿਉਂ? ਇਹ ਪੰਜਾਬ ਦੇ ਅੰਦਰ ਹੀ ਬਣਾਉਂਦੇ ਨੇ। ਹੁਣ ਮੈਨੂੰ ਪਤਾ ਲੱਗ ਗਿਆ ਕਿੱਥੇ ਬਣਾਉਂਦੇ ਨੇ। ਪਰ ਅੱਜ ਤਾਂ ਸਵਾਲ ਇਹ ਖੜਾ ਹੁੰਦਾ ਕਿ ਕੀ ਮੁੱਖ ਮੰਤਰੀ ਨੇ ਉਹਨਾਂ ਨਾਲ ਹੱਥ ਮਿਲਾ ਲਿਆ? ਕਿਉਂਕਿ ਨਸ਼ਾ ਤਾਂ ਅੱਜ ਵੀ ਪੰਜਾਬ 'ਚ ਧੜਾ-ਧੜ ਵਿਕ ਰਿਹਾ ਹੈ। ਪਿੰਡਾਂ 'ਚ ਤੁਹਾਨੂੰ ਲੱਗਦਾ ਕਿ ਇਹ ਜਲੰਧਰ ਇਲੈਕਸ਼ਨ 'ਚ ਵੱਡਾ ਮੁੱਦਾ ਹੋਏਗਾ? ਸੋ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ, ਇਹਨਾਂ ਨੂੰ ਸਟੇਟ ਤੇ ਸਟੇਜ ਦੇ ਵਿੱਚ ਫਰਕ ਹੀ ਸਮਝ ਨਹੀਂ ਆ ਰਿਹਾ। ਡਿਸਪੁਆਇੰਟ ਹੋ ਚੁੱਕੇ ਨੇ। ਔਰ ਉਹ ਪਾਰਟੀ ਹੈ ਜਿਹੜੀ ਲੋਕਾਂ ਨੂੰ ਕਹਿੰਦੀ ਸੀ ਸਵਾਲ ਕਰਿਆ ਕਰੋ, ਤੇ ਅੱਜ ਜਦੋਂ ਆਪਣੇ ਆਪ ਨੂੰ ਸਵਾਲ ਹੁੰਦੇ ਆ ਇਹਨਾਂ ਨੂੰ ਚਲੋ ਆਪਣੇ ਕੋਲ ਸਮਾਂ ਬਹੁਤ ਜਵਾਬ ਦੇਣੇ ਪੈਣਗੇ। ਜਵਾਬ ਹੋਏਗਾ। ਪਾਸੀ ਸਾਹਿਬ, ਮੈਂ ਮੈਂ ਕਿੰਗਰਾ ਜੀ ਤੁਹਾਡੇ ਕੋਲ ਆ ਰਿਹਾ। ਪਾਸੀ ਜੀ, ਬਹੁਤ ਛੋਟੀ ਸਟੇਟਮੈਂਟ ਸਰ। ਬਿਲਕੁਲ ਛੋਟੀ ਦਊਂਗਾ। ਪਹਿਲਾਂ ਤਾਂ ਦੇਖੋ, ਬੀਜੇਪੀ ਦੇ ਮੇਰੇ ਬੁਲਾਰੇ ਤੋਂ ਬੜਾ ਹੈਰਾਨ ਹੋਇਆ। ਉਹ ਕਹਿ ਰਹੇ ਕਿ 4 ਕਿਲੋ ਹੀਰੋਇਨ ਦਾ ਕੋਈ ਮਤਲਬ ਨਹੀਂ ਹੁੰਦਾ। ਬਿਲਕੁਲ ਇਹਨਾਂ ਦੀ ਨਜ਼ਰਾਂ 'ਚ ਨਹੀਂ ਹੁੰਦਾ, ਕਿਉਂਕਿ ਇਹਨਾਂ ਦੇ ਅਡਾਨੀ ਪੋਰਟ ਤੋਂ ਤਾਂ 300 ਕਿਲੋ ਹੀਰੋਇਨ ਪਕੜੀ ਗਈ ਔਰ ਕੋਈ ਕਾਰਵਾਈ ਨਹੀਂ ਹੋਈ। ਇਹਨਾਂ ਨੂੰ 4 ਕਿਲੋ ਦਾ ਕੀ ਪਤਾ। ਔਰ ਦੂਸਰੀ ਚੀਜ਼, ਇਹ ਜਿਹੜੇ ਬੋਲ ਰਹੇ ਆ ਹਿੰਡਨਬਰਗ ਦੀ ਰਿਪੋਰਟ ਨੇ ਕਿਆ ਕੁਝ ਦੱਸਿਆ, ਪਰ ਮੈਂ ਚਲੋ ਉੱਥੇ ਨਹੀਂ ਜਾਣਾ ਚਾਹੁੰਦਾ, ਜਲੰਧਰ ਤੇ ਆਪਾਂ ਰਹਿਣਾ ਚਾਹੁੰਦੇ ਆ। ਤੀਜੀ ਚੀਜ਼ ਦੇਖੋ ਗੌਰਵ ਜੀ, ਉਹੀ ਗੱਲ ਹੈ, ਵੇਸਟਿੰਗ ਟਾਈਮ। ਹੀ ਇਜ਼ ਵੇਸਟਿੰਗ ਟਾਈਮ। ਕਦੀ ਹਿੰਡਨ ਤੇ ਚਲੇ ਜਾ ਰਹੇ ਨੇ, ਕਦੀ ਗੁਜਰਾਤ ਚਲੇ ਜਾ ਰਹੇ ਨੇ, ਇੱਥੇ ਕਿਉਂ ਨਹੀਂ ਰਹਿੰਦੇ ਜਲੰਧਰ ਦੇ ਉੱਤੇ? ਗਈ ਹੈ ਤੁਹਾਡੇ ਚਹੇਤੇ ਅਡਾਨੀ ਦੇ ਪੋਰਟ ਤੋਂ। ਔਰ ਹੀ ਇਜ਼ ਵੇਸਟਿੰਗ ਟਾਈਮ ਗੌਰਵ ਜੀ। 10 ਗ੍ਰਾਮ ਇੱਕ ਵਾਰੀ ਕੰਪਲੀਟ ਕਰਨ ਦਿਓ ਉਹਨਾਂ ਨੂੰ। ਪਾਸੀ ਜੀ ਕੰਪਲੀਟ ਕਰੋ ਪਲੀਜ਼। ਕਰਿਆ, ਪੋਰਟ ਤੇ ਨਹੀਂ ਗਿਆ। ਇਹ ਤੁਸੀਂ ਯਾਦ ਕਰੋ, ਵੇਸਟਿੰਗ ਟਾਈਮ। ਜਿਸ ਤੋਂ ਵਿਚਾਰੀ ਤੋਂ ਇੱਕ ਬਾਲੀਵੁੱਡ ਦੀ ਹੀਰੋਇਨ ਸੀ, ਇੱਕ ਛੋਟੀ ਜਿਹੀ ਕੁੜੀ ਪਕੜੀ ਗਈ ਸੀ। 4 ਦਿਨ ਪੂਰਾ ਗੋਦੀ ਮੀਡੀਆ ਉੱਥੇ ਭੇਜ ਰੱਖਿਆ, ਅਡਾਨੀ ਪੋਰਟ ਤੇ ਨਹੀਂ ਭੇਜਿਆ। ਤੁਸੀਂ ਤੁਹਾਡੇ ਲਈ ਤਾਂ 4 ਕਿਲੋ ਕੁਝ ਵੀ ਨਹੀਂ ਹੈ, ਬਿਲਕੁਲ ਬੀਜੇਪੀ ਲਈ। ਕਿਉਂਕਿ ਬੀਜੇਪੀ ਦਾ ਅੱਜ ਵੀ ਤੁਸੀਂ ਦੇਖ ਲਓ ਕਿ ਆਰਡੀਐਫ। ਠੀਕ ਹੈ ਪਾਸੀ, ਬਹੁਤ ਛੋਟੀ ਸਟੇਟਮੈਂਟ ਮੈਂ ਚਾਹੁੰਦਾ। ਦੇਖੋ, ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਤੁਸੀਂ 2022 ਦੇ ਇਲੈਕਸ਼ਨ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦਾ ਜ਼ਿਕਰ ਕੀਤਾ ਸੀ। ਉਹ ਵੀ ਲੋਕ ਸਵਾਲ ਪੁੱਛਣਗੇ। ਬਿਲਕੁਲ, ਦੇਖੋ ਅਸੀਂ ਤਕਰੀਬਨ 1600 ਤੋਂ ਉੱਪਰ ਜਿਹੜੇ ਹੈ FIRs ਹੋਈਆਂ। 17,000 ਦੇ ਕਰੀਬ ਜਿਹੜੇ ਡਰੱਗ ਪੈਡਲਰਸ ਪਕੜੇ ਜਾ ਚੁੱਕੇ ਹਨ। ਨਸ਼ਾ ਦੇ ਖਿਲਾਫ ਸਰਕਾਰ ਲੜ ਰਹੀ ਹੈ। ਤੁਹਾਨੂੰ ਲੱਗਦਾ ਕਿ ਜਿਹੜਾ ਐਕਸ਼ਨ ਹੋਇਆ ਉਹ ਕਾਫੀ ਹੈ? ਨਹੀਂ, ਮੈਂ ਇੱਕ ਚੀਜ਼ ਬਿਲਕੁਲ ਮੈਂ ਇਸ ਚੀਜ਼ ਤੋਂ ਤੁਹਾਡੇ ਡਿਬੇਟ ਚੋਂ ਕਹਿਣਾ ਚਾਹੂੰਗਾ ਕਿ ਪੰਜਾਬ ਗੌਰਵ ਜੀ, ਇਹਨਾਂ ਨੂੰ ਪੁੱਛੋ 17,000 ਡਰੱਗ ਪੈਡਲਰ ਜਿਹੜੇ ਫੜੇ ਗਏ ਨੇ ਕਿਹੜੇ ਜੇਲ੍ਹ 'ਚ ਨੇ? 17,000 ਤੇ ਸਾਡੇ ਟੋਟਲ ਵੀ ਬੰਦੇ ਜੇਲ੍ਹ ਦੇ ਵਿੱਚ ਹੈ ਨਹੀਂ ਪੂਰੇ ਪੰਜਾਬ ਦੇ ਵਿੱਚ। ਸਾਡੇ ਕੋਲ ਜੇਲ੍ਹ ਦੀ ਥੋੜੇ ਵੇਟ ਕਰੋ ਇਕੱਠੇ। ਤੁਸੀਂ ਰਿਐਕਸ਼ਨ, ਫਾਈਨਲ ਰਿਐਕਸ਼ਨ ਤੁਹਾਡੇ ਤੋਂ ਲਵਾਂਗਾ। ਕਿੰਗਰਾ ਜੀ, ਜਿਹੜੀ ਸਟੇਟਮੈਂਟ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਪ੍ਰੋਟੋਕਾਲ ਦੇ ਤਹਿਤ ਦਿੱਲੀ ਦਾ ਸੀਐਮ ਸਾਡੇ ਚੀਫ ਸੈਕਟਰੀ ਤੋਂ ਨੀਚੇ ਹੁੰਦਾ ਹੈ, ਪਰ ਉਹ ਕਹਿ ਰਹੇ ਨੇ ਕਿ ਜਦੋਂ ਤੁਹਾਡੀਆਂ ਪਾਰਟੀਆਂ ਦੇ ਵਿੱਚ ਕੋਈ ਸੁਪਰੀਮ ਲੀਡਰ ਨੂੰ ਸੀਐਮ ਮਿਲਣ ਜਾਂਦਾ ਹੈ ਤਾਂ ਉਹ ਕਿਸ ਕੈਪੈਸਿਟੀ ਦੇ ਵਿੱਚ ਮਿਲਦੇ ਨੇ? ਉਹਦਾ ਜਵਾਬ ਜਿਹੜਾ ਹੈ ਉਹ ਉਹਨਾਂ ਨੇ ਦਿੱਤਾ। ਬੰਸ ਸਾਹਿਬ ਨੇ ਉਹਨਾਂ ਨੇ ਕਹਿਤਾ ਵੀ ਜਾਂ ਤਾਂ ਭਾਈ ਆਪਦੀ ਦਿੱਲੀ ਦੀ ਮੁੱਖ ਮੰਤਰੀ ਛੱਡ ਦੇ, ਕਨਵੀਨਰ ਬਣੇ, ਫਿਰ ਭਗਵੰਤ ਮਾਨ ਦੀ ਪਿੱਠ ਥਾਪੇ ਚੰਗੀ ਗੱਲ ਹੈ। ਹੁਣ ਪੁੱਤ ਪਿਓ ਦੀ ਪਿੱਠ ਥਾਪੇ ਕੋਈ ਚੰਗਾ ਥੋੜੀ ਲੱਗਦਾ। ਸਾਡੇ ਮੁੱਖ ਮੰਤਰੀ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਹੈ, ਐਜ਼ ਏ ਮੁੱਖ ਮੰਤਰੀ ਸਾਡੇ ਚੀਫ ਸੈਕਟਰੀ ਤੋਂ ਥੱਲੇ ਹੈ ਪ੍ਰੋਟੋਕਾਲ 'ਚ। ਤੁਸੀਂ ਪੜ੍ਹਿਓ ਜੇ ਆਰਡਰ, ਕਹਿੰਦੇ ਵਾਰੰਟ ਆਫ ਪ੍ਰੈਸੀਡੈਂਸ, ਉਹਦੇ ਵਿੱਚ ਪੜ੍ਹ ਲਿਓ ਜੀ। ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਦਾ ਜਲੰਧਰ ਦੇ ਬਾਰੇ, ਸ਼ੁਕਲਾ ਜੀ, ਗਰਾਊਂਡ ਰਿਐਲਿਟੀ ਇਹ ਹੈ ਕਿ ਜਲੰਧਰ ਦੇ ਵਿੱਚ ਝਾੜੂ ਦਾ ਤੀਲਾ ਕੱਲਾ ਖਿਲਾਰਨਾ ਹੀ ਨਹੀਂ, ਲੋਕਾਂ ਨੇ ਤੋੜ ਵੀ ਦੇਣਾ। ਉਹਦਾ ਰੀਜ਼ਨ ਇਹ ਹੈ, ਪਹਿਲੀ ਗੱਲ ਤਾਂ ਰਿੰਕੂ ਨੂੰ ਵੋਟ ਕਿਉਂ ਪਾਉਣਗੇ? ਉਹ ਕਾਂਗਰਸ ਨੂੰ ਪਾ ਦੇਣਗੇ। ਰਿੰਕੂ ਤਾਂ ਕਾਂਗਰਸ ਤੋਂ ਗਿਆ। ਜੋ ਵੀ ਦੇਖੋ, ਰਿੰਕੂ ਹੀ ਤੁਹਾਡੀ ਪਾਰਟੀ ਦੇ ਪੁਰਾਣੇ ਲੀਡਰ ਬੇਸ਼ੱਕ ਨੇ, ਤੁਹਾਨੂੰ ਹੀ ਚੈਲੰਜ ਕਰ ਰਹੇ ਨੇ। ਕਹਿੰਦੇ ਜਲੰਧਰ ਵੈਸਟ 'ਚ ਦੇਖਿਓ ਕਿ ਲੀਡ ਬਹੁਤ ਤਕੜੀ ਹੋਏਗੀ। ਜਲੰਧਰ ਵੈਸਟ ਇਜ਼ ਨਾਟ ਦੀ ਜਲੰਧਰ ਦੇ ਵਿੱਚ 9 ਕੰਸਟੀਚੁਐਂਸੀਆਂ ਹੈ ਜੀ। ਜਲੰਧਰ ਦੇ ਵਿੱਚ 9 ਕੰਸਟੀਚੁਐਂਸੀਆਂ। ਮੈਂ ਤੁਹਾਨੂੰ ਅੱਜ ਬਹੁਤਾ ਨਹੀਂ ਬੋਲਦਾ। ਜ਼ਮਾਨਤ ਜ਼ਬਤ ਹੋਣ ਦੇ ਆਸਾਰ ਹੈ ਸਰਕਾਰ ਦੇ। ਯਾਦ ਰੱਖੋ ਮੇਰੀ ਗੱਲ। ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਮੈਂ ਕਨਕਲੂਡ ਕਰਨਾ ਸਰ। ਬਹੁਤ ਮਾਫੀ ਚਾਹੁੰਦਾ ਵਿਚਾਲੇ ਰੋਕਦੇ, ਪਰ ਪਾਸੇ ਇੱਕ ਬਹੁਤ ਛੋਟਾ ਜਿਹਾ ਸਟੇਟਮੈਂਟ ਤੁਹਾਡਾ। ਤੁਸੀਂ ਕਹਿ ਰਹੇ ਹੋ ਗਰੰਟਿਡ ਪ੍ਰਦਰਸ਼ਨ ਹੋਏਗਾ ਤੇ ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਗਰੰਟਿਡ ਉਹਨਾਂ ਦੀ ਜਿੱਤ ਹੋਏਗੀ।
ਸਰ ਜੁਮਾ 4 ਦਿਨ ਰਹਿ ਗਏ, ਤੁਸੀਂ ਦੇਖੋਗੇ ਆਪਾਂ ਡਿਬੇਟ ਤੇ ਬੈਠਾਂਗੇ ਔਰ ਇਹ ਫਿਰ ਉੱਥੇ ਮੂੰਹ ਲਟਕਾ ਕੇ ਪਤਾ ਕੀ ਕਹਿਣਗੇ, ਸਰਕਾਰ ਨੇ ਗਲਤ ਗੱਲਾਂ ਕੀਤੀਆਂ ਜੀ, ਸਰਕਾਰ ਨੇ ਧੱਕਾ ਕੀਤਾ ਜੀ, ਤਾਂ ਆਮ ਆਦਮੀ ਪਾਰਟੀ ਜਲੰਧਰ ਸੀਟ ਜਿੱਤ ਗਈ। ਇਹ ਹੁਣ ਕਰ ਰਿਹਾ ਅਸੀਂ ਸੰਗਰੂਰ ਵੀ ਬੈਠੇ ਸੀ ਵੀਰ, ਸੰਗਰੂਰ ਵੀ ਅਸੀਂ ਪ੍ਰੈਡਿਕਟ ਕੀਤਾ ਸੀਗਾ। ਤੁਸੀਂ ਪਾਸੀ ਸਾਹਿਬ ਧੱਕਾ ਕਰਨ ਦਾ ਮਨ ਬਣਾ ਲਿਆ ਮਨ। ਮੈਂ ਸੰਗਰੂਰ ਲੱਗਦਾ ਤੇ ਇਹੋ ਜਿਹਾ ਧੱਕਾ ਕਰਨ ਦਾ ਮਨ ਬਣਾਇਆ ਹੋਇਆ, ਧੱਕਾ ਕਰਨ ਦਾ ਮਨ ਬਣਾ ਲਿਆ ਲੱਗਦਾ। ਨਹੀਂ ਦਵਾਂਗੇ ਅਸੀਂ, ਕਿਉਂਕਿ ਮੁੱਖ ਮੰਤਰੀ ਦੇ ਰੋਡ ਸ਼ੋਅ ਖਾਲੀ ਜਾ ਰਹੇ ਨੇ, ਲੋਕ ਗਾਲਾਂ ਕੱਢ ਰਹੇ ਨੇ, ਮੁੱਖ ਮੰਤਰੀ ਨੂੰ ਸ਼ਰੇਆਮ ਮੂੰਹ ਤੇ ਵਿਰੋਧ ਹੋ ਰਿਹਾ ਹੈ। ਸੋ ਮੈਨੂੰ ਲੱਗਦਾ ਮਨ ਬਣਾ ਲਿਆ ਧੱਕਾ ਕਰਨ ਦਾ, ਪਰ ਫਿਰ ਵੀ 13 ਨੂੰ ਆ ਵਿਚਾਲੇ ਰੋਕਣਾ ਹੋਏਗਾ। ਪਾਸੀ ਉਮੀਦ ਹੈ ਤੁਹਾਡੀ ਗੱਲ ਪਹੁੰਚ ਗਈ ਹੋਏਗੀ। ਤੁਸੀਂ ਜੋ ਕਹਿ ਰਹੇ ਹੋ ਕਿ ਠੀਕ ਹੈ 3-4 ਦਿਨ ਬਾਕੀ ਨੇ ਵੋਟਾਂ ਨੂੰ ਤੇ ਉਸ ਤੋਂ ਬਾਅਦ ਨਤੀਜੇ ਵੀ ਬਹੁਤ ਹੀ ਦੂਰ ਨਹੀਂ। ਦਿਨਾਂ ਬਾਅਦ ਤੁਹਾਡੇ ਨਾਲ ਡਿਬੇਟ ਕਰਨ ਨਹੀਂ ਬਿਲਕੁਲ ਕਰਾਂਗੇ ਸਰ। ਇਲੈਕਸ਼ਨ ਵਾਲੇ ਦਿਨ ਵੀ ਜਿਸ ਦਿਨ ਵੋਟਾਂ ਪੈਣੀਆਂ ਨੇ, ਕਿੰਨੀ ਪਰਸੈਂਟੇਜ VOTING ਹੁੰਦੀ ਹੈ ਉੱਥੇ, ਉਸ ਤੇ ਵੀ ਨਜ਼ਰ ਰਹੇਗੀ। ਔਰ ਦੂਜੇ ਪਾਸੇ ਜਦੋਂ 13 ਤਰੀਕ ਨੂੰ ਨਤੀਜੇ ਆਉਣੇ ਨੇ, ਉਸ ਦਿਨ ਤਾਂ ਲਾਜ਼ਮੀ ਤੌਰ ਤੇ ਆਪਾਂ ਗੱਲਬਾਤ ਕਰਾਂਗੇ। ਸ਼ੁਕਰੀਆ ਸਾਰੇ ਮਹਿਮਾਨਾਂ ਦਾ, ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਕਿ ਜਲੰਧਰ ਦੇ ਵਿੱਚ ਚੋਣ ਅਖਾੜਾ ਭਖ ਰਿਹਾ ਹੈ ਤੇ ਉਸ ਦਾ ਅਸਰ ਪੂਰੇ ਪੰਜਾਬ ਦੇ ਵਿੱਚ ਪੋਲੀਟੀਕਲ ਤੌਰ ਦੇ ਉੱਤੇ ਸਟੇਟਮੈਂਟਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਸਵਾਲ ਇਹੀ ਹੈ ਕਿ ਵਾਕਈ ਹੀ ਪਿਛਲੇ 1 ਸਾਲ ਦੇ ਵਿੱਚ ਜੋ ਕੁਝ 1.25 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਰਹੀ ਹੈ, ਉਸ ਦਾ ਟੈਸਟ ਹੋਏਗਾ, ਇਹ ਵਿਰੋਧੀਆਂ ਦੇ ਇਲਜ਼ਾਮਾਂ ਦਾ ਟੈਸਟ ਹੋਏਗਾ, ਜਾਂ ਜਲੰਧਰ ਦੇ ਵੋਟਰ ਕਿਸ ਆਧਾਰ ਦੇ ਉੱਤੇ ਜਾਂ ਕੀ ਸੋਚ ਕੇ ਵੋਟ ਕਰਦੇ ਨੇ। ਜ਼ਿਆਦਾ ਇੰਤਜ਼ਾਰ ਹੁਣ ਕਰਨਾ ਨਹੀਂ ਪੈਣਾ। 10 ਤਰੀਕ ਨੇੜੇ ਹੈ, 13 ਤਰੀਕ ਵੀ ਦੂਰ ਨਹੀਂ।